ਯਾਰੇ ਸੰਤਾਂ ਦੇ ਉਹ ਗੱਲ ਸਮਝਣ ਸੰਤ ਜਾਣਦਾ ਉਹ ਗੱਲ ਵੇਖ ਨਹੀਂ ਜੋ ਗੱਲ ਸਮਝਣਾ
प्यारे संतां ने अज आपां संतां दी याद दे विच बैठिया चंद ते चकोर वालियां समाधियां लाई हुण जिन्ना कुछ समां मिलिया उन्ना कुछ समां तुहाडे नाल सिख इतिहास राहीं साझ पाउण दा यतन करां क्योंकि एक गल उहदा मैं धन्नवाद करदा साडे सरकार जो बाबा जी बाबा हरजीत सिंह जी जो हुण मौजूदा समय दे विच सेवा निभा रहे ने उन्हां दा क्योंकि एक तां इह मैं लोकां लंडे दे पिंड साडे ते पिंड मेरे खड़े हो गए होंदे ने ਜਿਹੜੇ ਪਿੰਡ ਸਾਡੀ ਮਿਹਨਤ ਕਰਵਾ ਦਿੰਦੇ ਨੇ क्योंकि मैनू भी याद आ किन्नी क वार इस स्थान ते बाबा जी के चरणों के विच नतमस्तक होने लई असीं पहुंचदे हां ते बाबा जी हुक्म कर दिंदे ने सेवादार वालों बोलण दा भी बाबा जी दा हुक्म है भाई अपने जत्थे नूं कह दिओ इन्नी तरीक नूं पहुंच जाण असीं अपने वड्डे भाग समझदे हां कि सानूं महापुरखां ने अपने जत्थे दे विच थां दित्ता अपने दल दे विच थां दित्ता होया धन्नवाद करदे ते महाराज दे चरणां 'च बेनती करदा अरदास करदा सच्चे पातशाह दे चरणां 'च कि गुरसिੱਖਾਂ ਦੇ ਨਾਲ ਇਸੇ ਤਰ੍ਹਾਂ ਹੀ ਪਿਆਰ ਅਕਾਲ ਪੁਰਖ ਵਾਹਿਗੁਰੂ ਜਿੰਨੀ ਕ ਜ਼ਿੰਦਗੀ ਬਾਕੀ ਬਚੀ ਆ ਇਸੇ ਤਰ੍ਹਾਂ ਹੀ ਪਿਆਰ ਹਮਾਰੀ ਸੋ ਆਓ ਹੁਣ ਆਪਾਂ ਆਪਣੇ ਇਤਿਹਾਸ ਦੇ ਨਾਲ ਜੁੜੀਏ ਕਿਉਂਕਿ ਜੁੜਨਾ ਜ਼ਿੰਦਗੀ ਆ ਟੁੱਟਣਾ ਮੌਤ ਹੈ ਸ਼ਾਇਦ ਲੱਗਦਾ ਹੈ ਉਹ ਕਹਿੰਦਾ ਪੀਤਾ ਪੀਤਾ ਹੋ ਜਾਂਦੀ ਕਬੀਰ ਦਾੜੀ ਜੇਕਰ ਖਾਦੇ ਦਿਮਾਗ ਦੀ ਖੁੱਲ ਜਾਵੇ ਲੱਖਾਂ ਯਤਨ ਕਰਕੇ ਮਰਨਾ ਬੜੇ ਭਾਵੇਂ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਮਾਰਿਆ ਮੂੰਹ ਨਾ ਬੰਦੀ ਕੌਮ ਕੋਈ ਤੇਰੇ ਦਿਲ ਜਹਾਨ ਤੱਕ ਖੁੱਲ ਜਾਵੇ ਪਾਸਾ ਮਿਟ ਜਾਂਦੀ ਆ ਅਖਰ ਗੱਲ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਸਾਡਾ ਇਤਿਹਾਸ ਸਾਡੇ ਲਈ ਇੱਕ ਚਾਨਣ ਬਣਾ ਰਿਹਾ ਹੈ ਸਾਡਾ ਇਤਿਹਾਸ ਸਾਨੂੰ ਇੱਕ એનર્ਜੀ ਦਿੰਦਾ ਉਹ ਤਾਕਤ ਦਿੰਦਾ ਕਿ ਜਿਹੜੀ ਤਾਕਤ ਕੇ ਦੁਨੀਆ ਦੀਆਂ ਤਾਕਤਾਂ ਝੁਕ ਝੁਕ ਕੇ ਖਿਲਾਫ ਕਰਦੀਆਂ ਨੇ ਜੇ ਕਿਤੇ ਅਸੀਂ ਇਤਿਹਾਸ ਦੇ ਨਾਲ ਜੁੜੇ ਰਹਿੰਦੇ ਆ ਤਾਂ ਦੁਨੀਆ ਦੇ ਵਿੱਚ ਸਦਾ ਲਈ ਜਿਉਂਦੇ ਰਹਿੰਦੇ ਆ ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਆਪਣੇ ਵੱਡੇ ਵਡੇਰਿਆਂ ਨੂੰ ਭੁੱਲ ਜਾਂਦੀਆਂ ਆਪਣੇ ਯੋਧਿਆਂ ਦੀਆਂ ਆਪਣੇ ਗੁਰੂਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਆਏ ਮਰ ਜਾਂਦੀਆਂ ਨੇ ਜਿਵੇਂ ਕਿਸੇ ਨਾਲਾਇਕ ਬੱਚੇ ਦੀ ਸਲੇਟ ਤੋਂ ਗਲਤ ਅੱਖਰ ਮਿਟ ਜਾਇਆ ਕਰਦਾ ਜਿਹੜੇ ਮਕਾਨ ਦੀ ਨਿਉ ਕਮਜ਼ੋਰ ਪੈ ਜੇ ਉਹ ਘੜੀ ਵੀ ਨਹੀਂ ਉਹ ਪੜ ਵੀ ਨਹੀਂ ਜਿਹੜੇ ਦਰਖਤ ਵੀ ਜਾਗੂ ਆਇਆ ਸੋਕਾ ਓਏ ਉਹਦੇ ਪੱਤੇ ਵੀ ਨਹੀਂ ਤੇ ਉਹਦਾ ਫਲ ਵੀ ਨਹੀਂ ਜਿਹੜੀ ਕਾਂ ਹੈ ਸ਼ੇਰ ਦੇ ਰਹਿਮ ਤੇ ਉਹਦਾ ਮਾਸ ਵੀ ਨਹੀਂ ਤੇ ਉਹਦੀ ਖਲ ਵੀ ਨਹੀਂ ਜਿਹੜੀ ਕੌਮ ਦੇ ਹੱਡਾਂ ਤੋਂ ਗਈ ਗੈਰ ਉਹ ਅੱਜ ਵੀ ਨਹੀਂ ਤੇ ਗੱਲ ਅੱਜ ਜਿਹੜਾ ਮੈਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨ ਲੱਗਿਆ ਆ ਬੈਠੇ ਨੇ ਸਾਡੇ ਬਜ਼ੁਰਗ ਜਿਨ੍ਹਾਂ ਨੇ ਆਪਦੇ ਪਿੰਡਾਂ ਤੇ ਹਟਾਇਆ ਹੋਇਆ ਇਤਿਹਾਸ ਹੈ ਮੈਂ ਤੁਹਾਡੇ ਨਾਲ 100 200 400 500 ਸਾਲ ਪੁਰਾਣੀ ਗੱਲ ਨਹੀਂ ਕਰਨੀ ਐਤਨਾ ਜਿਹੜਾ ਮੇਰਾ ਟੌਪਿਕ ਹੈ ਐਤਨਾ ਜੋ ਮੇਰਾ ਟਾਰਗੇਟ ਹੈ ਜੋ ਨਿਸ਼ਾਨਾ ਜੋ ਇਤਿਹਾਸ ਹੈ ਉਹ ਮੈਂ ਤੁਹਾਡੇ ਨਾਲ ਉਹ ਇਤਿਹਾਸ ਸਾਂਝਾ ਕਰਨਾ ਜਿਹੜਾ ਤੁਸੀਂ ਆਪਣੇ ਪਿੰਡਾਂ ਤੇ ਹਟਾਇਆ ਉਹ ਇਤਿਹਾਸ ਸਾਂਝਾ ਕਰਨਾ ਜਦੋਂ ਸਾਨੂੰ ਖਤਮ ਕਰਨ ਦੀ ਖਾਤਰ ਜਦੋਂ ਸਾਡੀ ਸਿੱਖ ਕੌਮ ਨੂੰ ਮਰਿਆ ਮੇਰ ਕਰਨ ਦੀ ਖਾਤਰ ਜਦੋਂ ਸਾਡੀ ਕੌਮ ਦਾ ਨਾਂ ਇਹ ਦੁਨੀਆ ਦੇ ਨਕਸ਼ੇ ਦੇ ਵਿੱਚੋਂ ਮਿਟਾਉਣ ਦੀ ਖਾਤਰ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਡਾਕਟਰ ਇੰਦਰਾ ਗਾਂਧੀ ਨੇ ਜ਼ੋਰ ਲਾ ਲਿਆ ਕਿ ਇਸ ਕੌਮ ਨੂੰ ਖਤਮ ਕਰ ਦਿੱਤਾ ਜਾਵੇ ਪਰ ਸਾਡੀ ਕੌਮ ਖਤਮ ਨਹੀਂ ਹੋਈ ਅਸੀਂ ਅੱਜ ਵੀ ਬੈਠੇ ਨੇ ਕਾਲੇ ਛੱਡ ਰਹੇ ਹਾਂ ਸੰਗਤ ਦੇ ਵਿੱਚ ਕੌਮ ਜਦੋਂ ਚੜ੍ਹਦੀਆਂ ਕਲਾਂ ਦੇ ਵਿੱਚ ਗਈ ਅਸੀਂ ਤਾਂ ਉਦੋਂ ਖਤਮ ਨਹੀਂ ਹੋਏ ਜਦੋਂ ਸਾਡੇ ਸਿਰਾਂ ਤੇ ਮੁੱਲ ਪਏ ਅਸੀਂ ਤਾਂ ਉਦੋਂ ਖਤਮ ਨਹੀਂ ਹੋਏ ਜਦੋਂ ਕਿਤੇ ਸਿੱਖ ਹੋਣਾ ਇੱਕ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਸੀ ਜੇ ਕਿਤੇ ਕੋਈ ਸਿੱਖ ਦੀ ਦੱਸ ਕਰ ਦਿੰਦਾ ਸੀ ਉਸ ਨੂੰ ਸਰਕਾਰ ਵੱਲੋਂ ਇਨਾਮ ਦਿੱਤੇ ਜਾਂਦੇ ਸੀ ਤੇ ਆਖਿਆ ਗਿਆ ਸੀ ਕਿ ਸਿੱਖ ਦਾ ਸਿਰ ਵੱਢ ਕੇ ਲਿਆਓ ਤੁਹਾਨੂੰ ਵੱਡੇ ਵੱਡੇ ਰੁਤਬੇ ਦਿੱਤੇ ਜਾਣਗੇ ਇਨਾਮ ਦਿੱਤੇ ਜਾਣਗੇ ਇਨਾਮਾਂ ਦੇ ਲਾਲਚੀ ਲੋਕਾਂ ਨੇ ਉਸ ਵਕਤ ਸਾਡੀਆਂ ਭੈਣਾਂ ਦੇ ਸਿਰ ਵੀ ਕਤਲ ਕੀਤੇ ਤੇ ਸਿਰ ਵੱਢ ਕੇ ਮੇਚੇ ਦੇ ਲੱਗ ਕੇ ਇਹਨਾਂ ਦੇ ਕੇਸ ਖੋਲ ਲੈਂਦੇ ਸੀ ਤੇ ਜਾ ਕੇ ਹਕੂਮਤ ਦੇ ਦਰਬਾਰਾਂ ਦੇ ਵਿੱਚ ਲੈ ਜਾਂਦੇ ਸੀ ਮੇਚਿਆਂ ਤੇ ਟੰਗ ਕੇ ਆਖਦੇ ਸੀ ਕਿ ਇਹ ਇੱਕ ਸਿੱਖ ਦਾ ਸਿਰ ਹੈ ਨੌਜਵਾਨ ਹੈ ਜਿਸ ਦੀ ਦਾੜੀ ਕਿਸਾਈ ਦੀ ਸਾਡੀਆਂ ਭੈਣਾਂ ਦੇ ਸਿਰ ਵੱਢ ਵੱਢ ਕੇ ਵੀ ਇਨਾਮ ਲੈ ਕੇ ਆਏ ਇਹੋ ਜਿਹੇ ਸਮੇਂ ਸਾਡੇ ਤੇ ਆਏ ਮੈਂ ਯੋਧੇ ਦੀ ਗੱਲ ਕਰਦੇ ਤੇ
ਤੁਸੀਂ ਇਤਿਹਾਸ ਦੇ ਵਿੱਚੋਂ ਕਿ ਸਾਡੇ ਯੋਧਿਆਂ ਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੁਣਿਆ ਨਾ ਇਤਿਹਾਸ ਦੇ ਵਿੱਚ ਬਹੁਤ ਵਾਰ ਸੁਣਿਆ ਬੱਚੇ ਨੇ ਸੁਣਿਆ ਆ ਮੌਜੂਦਾ ਸਮੇਂ ਦੇ ਵਿੱਚ ਵੀ ਸਰਕਾਰਾਂ ਨੇ ਸਾਡੇ ਯੋਧਿਆਂ ਦੇ ਸਿਰਾਂ ਦੇ ਮੁੱਲ ਪਾਏ ਬੜੀ ਵਾਰ ਸੁਣਿਆ ਪਰ ਇੱਕ ਯੋਧਾ ਸਾਡੀ ਕੌਮ ਦੇ ਵਿੱਚ ਇਹੋ ਜਿਹਾ ਹੋਇਆ ਖਾਲਸਾ ਜੀ ਦੇ ਸਿਰ ਦਾ ਮੁੱਲ ਦਾ ਜਿਹੜਾ ਪੈਣਾ ਸੀ ਉਹਦੀ ਸ਼ਹਾਦਤ ਤੋਂ ਬਾਅਦ ਉਹਦੀ ਲਾਸ਼ ਦਾ ਵੀ ਮੁੱਲ ਪਿਆ ਉਹਦੀ ਲਾਸ਼ ਕੱਟਣ ਦੀ ਖਾਤਰ ਮੁਸਲਮਾਨ ਆਪਸ ਵਿੱਚ ਲੜੇ ਹਜ਼ਾਰਾਂ ਮੁਸਲਮਾਨ ਮਾਰੇ ਗਏ ਮੁਗਲਾਂ ਦੇ ਪਠਾਨਾਂ ਦੀ ਲੜਾਈ ਹੋਈ ਕੋਈ ਉਹਦਾ ਕੌਣ ਸੀ ਪਤਾ ਕਿਸੇ ਆਪਾਂ ਸੰਗਤ ਦੇ ਵਿੱਚ ਬੈਠੇ ਹਾਂ ਬਹੁਤ ਘੱਟ ਸੰਗਤਾਂ ਨੂੰ ਪਤਾ ਕਿ ਸਾਡੀ ਕੌਮ ਦਾ ਕਿਹੋ ਜਿਹਾ ਬਬਰ ਸ਼ੇਰ ਵੀ ਹੋਇਆ ਜਿਹਦੀ ਸ਼ਹਾਦਤ ਤੋਂ ਬਾਅਦ ਉਹਦੀ ਲਾਸ਼ ਦਾ ਮੁੱਲ ਪਿਆ ਤੇ ਉਹਦੀ ਲਾਸ਼ ਦੇ ਟੁਕੜੇ ਕਰਕੇ ਤੱਕੜੀਆਂ ਤੇ ਰੱਖ ਕੇ ਉਹਦਾ ਮਾਸ ਤੋੜ ਕੇ ਵੇਚਿਆ ਗਿਆ ਉਹਦਾ ਐਸਾ ਲੱਗਿਆ ਇਹ ਇਤਿਹਾਸ ਸਾਡੇ ਵਿੱਚੋਂ ਲੋਕ ਹੋ ਰਹੇ ਨੇ ਕਿਉਂ ਕਿਉਂਕਿ ਜਿਹੜੇ ਤਾਂ ਮੇਰੇ ਆਣੀ ਪ੍ਰਮਾਣੀ ਦਾ ਮੇਰੇ ਤੋਂ ਵੱਡੀ ਉਮਰ ਦੇ ਤੁਸੀਂ ਬੈਠੇ ਹੋ ਖਾਲਸਾ ਜੀ ਅਸੀਂ ਆਪ ਦੀਆਂ ਦਾਦੀਆਂ ਦੀਆਂ ਗੋਦੀਆਂ ਦੇ ਵਿੱਚ ਬੈਠ ਕੇ ਸਿੱਖ ਇਤਿਹਾਸ ਸੁਣਿਆ ਜਦੋਂ ਕਿਤੇ ਰਾਤ ਨੂੰ ਸੌਣਾ ਹੁੰਦਾ ਸੀ ਤਾਂ ਅਸੀਂ ਛਾਲ ਮਾਰ ਕੇ ਦਾਦੀ ਦੀ ਗੋਦੀ ਦੇ ਵਿੱਚ ਜਾਂਦੇ ਸੀ ਤੁਸੀਂ ਵੀ ਜਿਹੜੇ ਮੇਰੇ ਤੋਂ ਵੱਡੀ ਉਮਰ ਦੇ ਜਾਂ ਮੇਰੇ ਉਮਰ ਦੇ ਬੈਠੇ ਤੇ ਦਾਦੀ ਨੂੰ ਕਹਿੰਦਾ ਸੀ ਦਾਦੀ ਸਾਨੂੰ ਕੋਈ ਕਹਾਣੀ ਸੁਣਾ ਤੇ ਫਿਰ ਦਾਦੀ ਉਹ ਕਹਾਣੀ ਦੇ ਰੂਪ ਦੇ ਵਿੱਚ ਸਾਡਾ ਗੌਰਵ ਇਤਿਹਾਸ ਸਾਡਾ ਸਿੱਖ ਇਤਿਹਾਸ ਸਾਨੂੰ ਸਾਡੀਆਂ ਦਾਦੀਆਂ ਸੁਣਾਉਂਦੀਆਂ ਸੀ ਤੇ ਅਸੀਂ ਉਹ ਇਤਿਹਾਸ ਸੁਣ ਕੇ ਸਾਡੀ ਜਿਹੜੀ ਨਿਉ ਹੈ ਉਹ ਪੱਕੀ ਹੁੰਦੀ ਜਾਂਦੀ ਸੀ ਮਜ਼ਬੂਤ ਹੁੰਦੀ ਜਾਂਦੀ ਸੀ ਪਰ ਅਫਸੋਸ ਅੱਜ ਸਾਡੇ ਕੋਲੇ ਸਮਾਂ ਨਹੀਂ ਹੈ ਜਿਹੜਾ ਦਾਦੀਆਂ ਦੀਆਂ ਗੋਦੀਆਂ 'ਚ ਬੈਠ ਕੇ ਅਸੀਂ ਕਹਾਣੀਆਂ ਸਾਖੀਆਂ ਅਸੀਂ ਆਪਣਾ ਇਤਿਹਾਸ ਸੁਣਦਾ ਸੀ ਸਾਡਾ ਉਹ ਸਮਾਂ ਅੱਜ ਦੇ ਸਾਡੇ ਬੱਚਿਆਂ ਕੋਲ ਮੋਬਾਈਲਾਂ ਨੇ ਖੋਲਿਆ ਤੇ ਨਾ ਤਾਂ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਸੀ ਵਾਂਝੇ ਰਹਿ ਗਏ ਤੇ ਮੁਆਫ ਕਰਨਾ ਜਿਹੜੀਆਂ ਅੱਜ ਦੀਆਂ ਦਾਦੀਆਂ ਨੇ ਨਾ ਉਹਨਾਂ ਕੋਲੇ ਸਮਾਂ ਜਦੋਂ ਉਹਨਾਂ ਨੂੰ ਸਮਾਂ ਮਿਲਦਾ ਉਹਨਾਂ ਦੀ ਉਮਰ ਵੀ ਫੇਸਬੁੱਕ WhatsApp ਇੰਸਟਾਗ੍ਰਾਮ ਤੇ ਜਾਂਦੀ ਹੈ ਤੇ ਜਦੋਂ ਬੱਚਿਆਂ ਨੂੰ ਸਮਾਂ ਮਿਲਦਾ ਬੱਚਿਆਂ ਦੀ ਉਮਰ ਇਸੇ ਤਰ੍ਹਾਂ ਚੱਲਦੀ ਹੈ ਇਸ ਕਰਕੇ ਅਸੀਂ ਆਪਣੇ ਇਤਿਹਾਸ ਤੋਂ ਵਾਂਝੇ ਰਹਿ ਰਹੇ ਹਾਂ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਨਹੀਂ ਕਰਵਾਇਆ ਜਾ ਰਿਹਾ ਮੈਂ ਗੱਲ ਕਰ ਰਿਹਾ ਸੀ ਉਸ ਇਤਿਹਾਸ ਦੀ ਉਹ ਯੋਧਾ ਜੀ ਉਹਦਾ ਨਾਮ ਹੈ ਜਨਰਲ ਜ਼ੋਰਾਵਰ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਯੋਧਾ ਹੋਇਆ ਜਿਹਨੇ ਕਸ਼ਮੀਰ ਤੋਂ ਲੈ ਕੇ ਲੇਹ ਲਦਾਖ ਤੱਕ ਸਿੱਖ ਕੌਮ ਨੂੰ ਪਕੜ ਦਿੱਤਾ ਸਿੱਖ ਕੌਮ ਦਾ ਰਾਜ ਤੇ ਜਦੋਂ ਉਹਦੀ ਸ਼ਹਾਦਤ ਹੋਈ -45 ਡਿਗਰੀ ਟੈਂਪਰੇਚਰ ਸੀ ਜਦੋਂ ਲੜਦਾ ਇਸ ਕੌਮ ਲਈ ਇਸ ਦੇਸ਼ ਲਈ ਯੋਧਾ ਸ਼ਹੀਦ ਹੋ ਗਿਆ ਤੇ ਮੈਂ ਗੱਲ ਨੂੰ ਨੇੜੇ ਪਕਾਣਾ ਆਪਣਾ ਇਤਿਹਾਸ ਸ਼ੁਰੂ ਕਰਨਾ ਜਦੋਂ ਸ਼ਹੀਦ ਹੋਇਆ ਮੁਗਲ ਤੇ ਪਠਾਨ ਦੇ ਦੋ ਬੱਚੇ ਨੇ ਉਹ ਮੁਗਲ ਕਹਿੰਦੇ ਕਿ ਲਾਸ਼ ਅਸੀਂ ਚੱਕਣੀਆਂ ਤੇ ਪਠਾਨ ਕਹਿੰਦੇ ਅਸੀਂ ਚੱਕਣੀਆਂ ਖਾਲਸਾ ਜਦੋਂ ਬੰਦਾ ਮਰ ਗਿਆ ਸ਼ਹੀਦ ਹੋ ਗਿਆ ਸਾਹ ਖਤਮ ਹੋ ਗਏ ਪਰਮਾਤਮਾ ਦੇ ਚਰਨਾਂ 'ਚ ਹੋ ਗਿਆ ਫਿਰ ਤਾਂ ਮਿੱਟੀ ਵੀ ਢੇਰੀਆ ਜਾਏ ਉਹ ਰਹਿ ਜਾ ਖੜੇ ਹੋ ਰਹਿ ਜਾ ਪਰ ਉਹਦੀ ਲਾਸ਼ ਦੀ ਖਾਤਰ ਲੜਾਈ ਕਿਉਂ ਹੋਈ ਹਜ਼ਾਰਾਂ ਮੁਸਲਮਾਨ ਮਰੇ ਤੇ ਫਿਰ ਸਿਆਣੇ ਬਜ਼ੁਰਗ ਬੋਲੇ ਉਹ ਕਹਿੰਦੇ ਕਿਉਂ ਲੜਦੀਆਂ ਦੀ ਲਾਸ਼ ਵਿਚਾਰੇ ਰੱਖੋ ਗੋਲੀ ਲਾਓ ਉਹ ਜਨਰਲ ਜ਼ੋਰਾਵਰ ਸਿੰਘ ਦੀ ਲਾਸ਼ ਦੀ ਗੋਲੀ ਲੱਗੀ ਗੋਲੀ ਤੇ ਪਠਾਨਾਂ ਨੇ ਵੱਧ ਗੋਲੀ ਦੇ ਕੇ ਜਨਰਲ ਜ਼ੋਰਾਵਰ ਸਿੰਘ ਦੀ ਲਾਸ਼ ਖਰੀਦ ਲਈ ਹੋਇਆ ਕੀ ਉਸ ਤੋਂ ਬਾਅਦ ਉਹਦੀ ਦਾੜੀ ਦਾ ਤੇ ਕੇਸਾਂ ਦਾ ਇੱਕ ਬਾਲ ਇੱਕ ਕੇਸ ਉਸ ਵਕਤ 15 ਰੁਪਏ ਦੇ ਹਿਸਾਬ ਨਾਲ ਵਿਕਿਆ ਇੱਕ ਕੇਸ ਲੱਗ ਕੇ ਵੇਚਿਆ ਗਿਆ ਤੇ ਉਹਨੇ ਸਰੀਰ ਦੇ ਟੁਕੜੇ ਕਰਕੇ ਤੱਕੜੀ ਦੇ ਵਿੱਚ ਰੱਖ ਕੇ ਇਤਿਹਾਸਕਾਰ ਦੱਸਦੇ ਨੇ ਕਿ ਉਸ ਵਕਤ ਦੇ ਸਮੇਂ ਅਨੁਸਾਰ ਜਿਹੜਾ ਉਸਦੇ ਮਾਸ ਦਾ ਮੁੱਲ ਨਿਯਤ ਕੀਤਾ ਗਿਆ ਉਹਦਾ ਮੁੱਲ ਉਸ ਵਕਤ ਬਣਦਾ ਸੀ 230 ਰੁਪਏ 230 ਰੁਪਏ ਕਿਲੋ ਦੇ ਹਿਸਾਬ ਨਾਲ ਉਸਦਾ ਮਾਸ ਟੁਕੜੇ ਦੇ ਵਿੱਚ ਵੇਚਿਆ ਗਿਆ ਕਾਰਨ ਕੀ ਸੀ ਉਸ ਵੇਲੇ ਦੇ ਮੁਸਲਮਾਨ ਸੀ ਜਿਹੜੇ ਉਸ ਇਲਾਕੇ ਦੇ ਉਹਨਾਂ ਦਾ ਮੰਨਣਾ ਸੀ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਸੀ ਤਾਂ ਖਾਲਸਾ ਜੀ ਉਹਦੇ ਗੇਟ ਦੇ ਵਿੱਚ ਸ਼ੇਰ ਦਾ ਮਾਸ ਕੱਢਿਆ ਜਾਂਦਾ ਸੀ ਕਿ ਜਦੋਂ ਉਹ ਬਾਹਰ ਕੱਢੇ ਅੰਦਰ ਜਾਵੇ ਬਾਹਰ ਆਵੇ ਤਾਂ ਹਰ ਵਕਤ ਜਿਹੜਾ ਸ਼ੇਰ ਦਾ ਮਾਸ ਉਸਦੇ ਮੱਥੇ ਲੱਗੇ ਤੇ ਜਿਹੜੇ ਪੇਟੋਂ ਬੱਚੇ ਨੇ ਜਨਮ ਲੈਣਾ ਉਹ ਸ਼ੇਰ ਵਰਗਾ ਬਹਾਦਰ ਪੈਦਾ ਹੋਇਆ ਤੇ ਜਦੋਂ ਜਨਰਲ ਜ਼ੋਰਾਵਰ ਸਿੰਘ ਦੀ ਬਹਾਦਰੀ ਉਹਨਾਂ ਪਠਾਨਾਂ ਨੇ ਤੱਕੀ ਉਹ ਕਹਿੰਦੇ ਓਏ ਕਿਹੜੇ ਸ਼ੇਰ ਦੀ ਗੱਲ ਕਰਦੇ ਆ ਹਜ਼ਾਰਾਂ ਸ਼ੇਰ ਵੀ ਰਲ ਕੇ ਇਹ ਜਨਰਲ ਜ਼ੋਰਾਵਰ ਸਿੰਘ ਦੀ ਬਹਾਦਰੀ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਤਾਂ ਸ਼ੇਰਾਂ ਦਾ ਸ਼ੇਰ ਹੈ ਸ਼ੇਰਾਂ ਦਾ ਸ਼ੇਰ ਇਸ ਕਰਕੇ ਉਹਦੇ ਮਾਸ ਦੇ ਟੁਕੜੇ ਕਰਕੇ ਗਰਭਵਤੀ ਔਰਤਾਂ ਦੇ ਦਰਵਾਜ਼ਿਆਂ ਨੂੰ ਕੱਢੇ ਗਏ ਤੇ ਉਹਦੇ ਤੇਜ਼ ਲਿਆ
ਫੁੱਟਾਂ ਦੇ ਨਾਲ ਬੰਨੇ ਗਏ ਸਾਡੀ ਕੌਮ ਦਾ ਹੀਰਾ, ਸਾਡੀ ਕੌਮ ਦਾ ਵਿਕਾਸ ਹੈ ਜੋ ਅਸੀਂ ਅੱਜ ਸਾਡੀ ਕੌਮ ਦੇ ਇਤਿਹਾਸ ਤੋਂ ਵਾਂਝੇ ਰਹਿ ਰਹੇ ਹਾਂ। ਗੱਲ ਚੱਲੀ ਸੀ, ਕਹਿੰਦੇ ਮੇਰਾ ਮਕਸਦ ਹੀ ਸੀ ਇਹ ਗੱਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੋ ਮਨ ਦੇ ਵਿੱਚ ਉਹਨਾਂ ਨੇ ਰੋਕ ਲਾਂਗੀ, ਕਿਉਂਕਿ ਮੇਰੀ ਡਿਊਟੀ ਮਹਾਰਾਜ ਨੇ ਐਸੀ ਲਾਈ, ਮੈਂ ਕੌਮ ਦਾ ਪੁੱਤਰ ਹਾਂ ਤੇ ਜੇ ਕੋਈ ਜ਼ਬਾਨ ਤੇ ਆਇਆ ਰੋਕ ਜਾਵਾਂ ਤਾਂ ਮੈਂ ਗੁਰੂ ਦਾ ਚੋਰ ਹੋ ਜਾਵਾਂਗਾ। ਅੱਜ ਦਾ ਜਿਹੜਾ ਮੇਰਾ ਇਤਿਹਾਸ ਹੈ ਉਹ ਇਤਿਹਾਸ ਹੈ ਜਿਹੜੇ ਦੋ ਬਾਬਾ ਸ਼ੇਰਾਂ ਨੇ ਸਾਡੀ ਕੌਮ ਦੀ ਡਿੱਗੀ ਪਈ ਪੱਗ ਨੂੰ ਤੇ ਦੁਬਾਰਾ ਸਿਰ ਤੇ ਰੱਖਿਆ। ਮੈਂ ਉਹਨਾਂ ਦਾ ਇਤਿਹਾਸ ਤੁਹਾਡੇ ਨੂੰ ਸਮਝਾਂਗਾ। ਉਹ ਉਹਦੇ ਕਿਹੜੇ ਹੋਏ ਨੇ? ਉਹਨਾਂ ਦਾ ਨਾਮ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੰਡਾ ਤੇ ਦੂਜਾ ਨਾਮ ਹੈ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਸੁੱਖਾ। ਇਹ ਐਸੇ ਬਾਬਾ ਸ਼ੇਰ ਹੋਏ ਜਿਨ੍ਹਾਂ ਨੇ ਸਾਡੀ ਕੌਮ ਦੀ ਡਿੱਗੀ ਪਈ ਪੱਗ ਦੁਬਾਰਾ ਸਿਰ ਤੇ ਰੱਖੀ। ਜਰਨਲ ਵੈਦਿਆ ਨੂੰ ਸੋਧਾ ਪਾ ਕੇ ਉਹ ਨਾਟਕਾਂ ਦੇ ਵਿੱਚ ਜਾ ਕੇ ਭਾਈ ਸੁਖਦੇਵ ਸਿੰਘ ਸੁੱਖੇ ਦਾ ਜਨਮ ਰਾਜਸਥਾਨ ਦੇ ਵਿੱਚ ਜ਼ਿਲ੍ਹਾ ਸ਼੍ਰੀ ਗੰਗਾਨਗਰ ਤਹਿਸੀਲ ਕਾਨੂੰਪੁਰ ਦੇ ਵਿੱਚ 14 ਅਗਸਤ 1962 ਈਸਵੀ ਨੂੰ ਪਿਤਾ ਮਹਿੰਗਾ ਸਿੰਘ ਤੇ ਮਾਤਾ ਸੁਖਦੇਵ ਕੌਰ ਦੀ ਕੁੱਖ ਹੋਇਆ। ਖਾਲਸਾ ਜੀ ਇਹਨੇ ਮੁੱਢਲੀ ਵਿਦਿਆ ਕਾਨੂੰਪੁਰ ਪਿੰਡ ਕਾਨੂੰਪੁਰ ਚੱਕ ਨੰਬਰ 13 ਦੇ ਵਿੱਚੋਂ ਪ੍ਰਾਪਤ ਕੀਤੀ ਤੇ 10ਵੀਂ ਦੀ ਵਿਦਿਆ ਇਸ ਯੋਧੇ ਨੇ ਕਾਨੂੰਪੁਰ ਤੋਂ ਪ੍ਰਾਪਤ ਕੀਤੀ। 12ਵੀਂ ਦੀ ਕਾਨੂੰਪੁਰ ਤੋਂ ਪੜ੍ਹੀ ਤੇ BA ਅਸਲੇ ਗਿਆਨ ਚੌਕੀ ਕਾਲਜ ਦੇ ਵਿੱਚੋਂ ਕੀਤੀ ਹੈ ਤੇ MA ਇੰਗਲਿਸ਼ ਵੀ ਕਰ ਰਿਹਾ। MA ਇੰਗਲਿਸ਼ ਗਿਆਨ ਚੌਕੀ ਕਾਲਜ ਦੇ ਵਿੱਚ ਜਿਹੜਾ ਲੜਨ ਦੇ ਵਿੱਚ ਕਰ ਰਿਹਾ। ਜਿਸ ਸਮੇਂ ਸ਼੍ਰੀ ਦਰਬਾਰ ਸਾਹਿਬ ਦੇ ਅਟੈਕ ਹੋਇਆ ਇੰਗਲਿਸ਼ ਵੀ MA ਕਰ ਰਿਹਾ ਸੀ ਤੇ ਕਾਲਜ ਸੀ ਤੇ ਪੂਰਾ ਉਹਦਾ ਹਰਜਿੰਦਰ ਸਿੰਘ ਜੱਲਾ ਜਿਸ ਦਾ ਪਿੰਡ ਹੈ ਬਦਲੀ ਜ਼ਿਲ੍ਹਾ ਅੰਮ੍ਰਿਤਸਰ। ਪਿਤਾ ਦਾ ਨਾਮ ਹੈ ਭਾਈ ਸਾਹਿਬ ਭਾਈ ਗੁਰਜਾਰ ਸਿੰਘ, ਮਾਤਾ ਦਾ ਨਾਮ ਹੈ ਗੁਰਨਾਮ ਕੌਰ। ਇਹ ਫਰਵਰੀ 1961 ਦੇ ਵਿੱਚ ਇਸ ਦਾ ਜਨਮ ਹੋਇਆ ਤੇ ਇਸਨੇ ਪਹਿਲੀ ਵਿਦਿਆ ਆਪਣੇ ਪਿੰਡ ਗਦਰੀ ਦੇ ਵਿੱਚੋਂ ਪ੍ਰਾਪਤ ਕੀਤੀ। 10ਵੀਂ ਗਹਿਰੀ ਮੰਡੀ ਤੋਂ ਕੀਤੀ। ਬਰਾਸਤ ਨੂੰ ਅਸ ਜੋੜੇ ਨੇ ਚੰਡਿਆਲਾ ਤੋਂ ਕੀਤੀ ਤੇ BA ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ BA ਕਰ ਰਿਹਾ ਤੇ ਬੜਾ ਇਸਦਾ ਇਲਾਕੇ ਦੇ ਵਿੱਚ ਦਬਦਬਾ ਤੇ ਉਸ ਵਕਤ ਇਸ ਨੂੰ ਚੰਡਿਆਲਾ ਬਦਮਾਸ਼ ਕਰਕੇ ਵੀ ਬੁਲਾਇਆ ਜਾ ਰਿਹਾ ਤੇ ਬੜੀਆਂ ਲੜਾਈਆਂ ਝਗੜਿਆਂ ਦੇ ਵਿੱਚ ਇਸ ਦਾ ਨਾਮ ਹੋਇਆ। ਉਹਨੇ ਐਸਾ ਭਾਰਾ ਵਾਪਰਿਆ ਕਿ ਦੋ ਘਰਾਣਿਆਂ ਵਿੱਚ ਚੰਗੀ ਲੜਾਈ ਹੋਈ, ਗੋਲੀਆਂ ਵੀ ਚੱਲੀਆਂ ਤੇ ਇਹ ਝਗੜਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਤੱਕ ਪਹੁੰਚਿਆ ਤੇ ਜਦੋਂ ਉਹਨਾਂ ਨੇ ਦੋਨਾਂ ਘਰਾਂ ਨੂੰ ਬੁਲਾਇਆ, ਕੋਲ ਬੁਲਾ ਕੇ ਸਾਹਮਣੇ ਬਿਠਾਇਆ ਤੇ ਉਸ ਵਕਤ ਹਰਜਿੰਦਰ ਸਿੰਘ ਜਿੰਦਾ ਕੇਸ ਕਤਲ ਕਰਦਾ ਸੀ, ਕੇਸ ਕੱਟਦਾ ਹੁੰਦਾ ਸੀ। ਇਹ ਪੁਲਿਸ ਵਿੱਚ ਸੀ ਤੇ ਬਿਲਕੁਲ ਜਾ ਕੇ ਪਿੱਛੇ ਬੈਠ ਗਿਆ। ਇਸ ਨੂੰ ਪਤਾ ਸੀ ਕਿ ਜੇ ਕਿਤੇ ਸੰਗਤਾਂ ਦੇ ਨਾਲ ਅੱਖ ਮਿਲ ਗਈ ਮੈਂ ਪੁਲਿਸ ਸੇਵਾ ਨਾਮ ਦੇ ਮਗਰ ਸਿੰਘ ਲੱਗਦਾ ਤੇ ਸੰਗਤ ਪਤਾ ਨਹੀਂ ਕਿਹੋ ਜਿਹੀ ਸਜ਼ਾ ਦੇਣਗੇ। ਪਿੱਛੇ ਬੈਠਾ ਦੋਨਾਂ ਘਰਾਣਾ ਜਦੋਂ ਫੈਸਲਾ ਸੰਗਤਾਂ ਦੇ ਕੋਲ ਆਇਆ, ਸੰਗਤ ਘੇਰਾ ਦਿੰਦੇ ਇਹ ਹਰਜਿੰਦਰ ਸਿੰਘ ਜੱਟੇ ਦੇ ਕੋਲ ਪਹੁੰਚੇ। ਸੰਗਤਾਂ ਦਾ ਕੋਲ ਵਾਲਾ ਤੀਰ ਹੁੰਦਾ ਸੀ, ਉਹ ਤੀਰ ਅਸਲੀ ਮੱਖੀ ਦੇ ਵਿੱਚ ਮਾਰਿਆ। ਕਹਿੰਦੇ ਓਏ ਹਰਜਿੰਦਰ ਸਿੰਘ ਨਾਮ ਰੱਖਿਆ ਮਾਪਿਆਂ ਨੇ ਹਰਜਿੰਦਰ ਸਿੰਘ, ਪਰ ਆ ਬਦਮਾਸ਼ੀਆਂ ਕਰਨਾ ਸਿੱਧਾ ਨਾ ਕਰਨਾ, ਆ ਲੜਾਈਆਂ ਝਗੜੇ ਨਿੱਕੀਆਂ ਗੱਲਾਂ ਤੋਂ ਕਰਨਾ ਇਹ ਸਿੱਧਾ ਨਾ ਕਰਨਾ। ਉਹ ਜੇ ਤੂੰ ਲੜਨਾ ਅਸੀਂ ਤੈਨੂੰ ਲੜਨ ਤੋਂ ਨਹੀਂ ਰੋਕਦੇ, ਤੂੰ ਲੜ, ਪਰ ਆਪਣੀ ਲੜਾਈ ਨੂੰ ਕੋਈ ਮਕਸਦ ਦੇ, ਆਪਣੀ ਲੜਾਈ ਨੂੰ ਕੋਈ ਸੇਧ ਦੇ। ਤੇਰੀ ਲੜਾਈ ਜਿਹੜੀ ਇਹ ਆਮ ਲੜਾਈ ਨਾ ਹੋਵੇ, ਤੇਰੀ ਲੜਾਈ ਕੌਮ ਦੀ ਖਾਤਰ ਹੋਵੇ ਤਾਂ ਜੋ ਤੇਰਾ ਲੜਿਆ ਮਰਿਆ ਤੇਰਾ ਮੈਦਾਨ ਦੇ ਜੰਗ ਵਿੱਚ ਜੂਝਿਆ ਹੋਇਆ ਕੁਰਬਾਨ ਹੋ ਸਕੇ। ਜਿਵੇਂ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਉਹ ਹਰਜਿੰਦਰ ਸਿੰਘ ਜੰਡੇ ਦੀ ਪੈਕ ਥਾਪੜੀ ਤੀਰ ਦੇ ਨਾਲ ਤੇ ਪੈਕ ਥਾਪੜ ਕੇ ਉਹਦੀ ਜ਼ਿੰਦਗੀ ਹੀ ਪਾੜ ਦਿੱਤੀ। ਉਸ ਵੇਲੇ ਦੇ ਇਤਿਹਾਸ ਨੂੰ ਆਖਦਾ ਵਰਣਨ ਹਰਦੀਪ ਸਿੰਘ ਬੱਲੋ ਬੜੀਏ ਦਾ ਢਾਡੀ ਜੱਥਾ, ਰਣਵੀਰ ਸਿੰਘ ਰਾਣਾ ਭੁੱਖਾ ਸਾਹਿਬ, ਜਗਮੋਹਨ ਸਿੰਘ ਜੀਦਾ ਤੇ ਸਨੱਗੀ ਬਾਗੇ ਸਰਪੰਚ ਕੁਲਦੀਪ ਸਿੰਘ ਮੋੜੀ ਹਰਜਿੰਦਰ ਸਿੰਘ ਜੰਡੇ ਦੀ ਸਾਕਾਂ ਨੇ ਤੀਰ ਦੀ ਨੋਕ ਦੇ ਨਾਲ ਪੈਕ ਥਾਪੜ ਕੇ ਜਿਵੇਂ ਜ਼ਿੰਦਗੀ ਕਾਇਮ ਦਿੱਤੀ ਢਾਡੀ ਜੱਥਾ। ਇਹੋ ਗੱਲ
ਤੀਰ ਨਾਲ ਦੇ ਕੇ ਥੱਪੜਾ ਸੰਤਾ ਜ਼ਿੰਦਗੀ ਜਿੰਦੇ ਦੀ ਪਲਟਾਤੀ ਤੀਰ ਨਾਲ ਦੇ ਕੇ ਥੱਪੜਾ ਸੰਤਾ ਜ਼ਿੰਦਗੀ ਸੁੱਖੇ ਦੀ ਪਲਟਾਤੀ ਤੀਰ ਨਾਲ ਦੇ ਕੇ ਥੱਪੜਾ ਹੋਏ ਅੱਖੀਆਂ ਸਿਆਣਿਆਂ ਦਾ ਹੁੰਦੀ ਗਰਮੀ ਜਵਾਨਾਂ ਵਿੱਚ ਬਾਲੀ ਮਨ ਵਿੱਚ ਦੁਸ਼ਮਣੀਆਂ ਜਿਹੜੇ ਬੈਠੇ ਸੀ ਜਰਾ ਤੋਂ ਪਾਲੀ ਹੋ ਮਨ ਵਿੱਚ ਦੁਸ਼ਮਣੀਆਂ ਜਿਹੜੇ ਬੈਠੇ ਸੀ ਜਰਾ ਤੋਂ ਪਾਲੀ ਸਾਰਿਆਂ ਨੂੰ ਕੋਲ ਸੱਦ ਕੇ ਗੱਲ ਪਿਆਰ ਦੇ ਨਾਲ ਸਮਝਾਤੀ ਤੀਰ ਨਾਲ ਦੇ ਕੇ ਥੱਪੜਾ ਸੰਤਾਂ ਜ਼ਿੰਦਗੀ ਜਿੰਦੇ ਦੀ ਪਲਟਾਤੀ ਤੀਰ ਨਾਲ ਦੇ ਕੇ ਥੱਪੜਾ ਹੋ ਸ਼ਾਂਤ ਵੇ ਸਰੀਰ ਹੋ ਮਰ
ਵੀ ਇਹ ਸੈਕੰਡ ਦੇ ਵਿੱਚ ਹੈ ਜਦੋਂ ਹਰਿਮੰਦਰ ਸਾਹਿਬ ਦੇ ਉੱਤੇ ਹਿੰਦੁਸਤਾਨ ਦੀ ਰਾਣੀ ਇੰਦਰਾ ਗਾਂਧੀ ਦੇ ਕਹੇ ਹਿੰਦੁਸਤਾਨ ਦੀ ਫੌਜ ਨੇ ਅਟੈਕ ਕਰ ਦਿੱਤਾ ਤੇ ਖਾਲਸਾ ਜੀ ਫਿਰ ਪੜਾਈਆਂ ਕਿਹਨੇ ਕਰਨੀਆਂ ਸੀ ਦਿਲ ਦੇ ਵਿੱਚ ਸਿੱਖੀ ਦੀ ਜਵਾਲਾ ਜਗ ਰਹੀ ਸੀ ਉਸ ਵਕਤ ਜਦੋਂ ਅਟੈਕ ਹੋਇਆ ਤਾਂ ਉਸ ਯੋਧੇ ਨੂੰ ਬੜੇ ਲਾਲਚ ਦਿੱਤੇ ਗਏ ਸ਼੍ਰੀ ਬੰਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਕਿ 200 ਕਰੋੜ ਅਮਰੀਕੀ ਡਾਲਰ ਤੁਹਾਡੇ ਅਕਾਊਂਟ ਦੇ ਵਿੱਚ 5 ਮਿੰਟਾਂ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਆ ਤੁਸੀਂ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹੋ ਸਿੱਖ ਕੌਮ ਦੀ ਰਹਿਨੁਮਾਈ ਕਰਦੇ ਹੋ ਇਹਨੂੰ ਆਪਣੇ ਹਾਲ ਤੇ ਰਹਿਣ ਦਿਓ ਤੁਸੀਂ ਇਸ ਦੀ ਰਹਿਨੁਮਾਈ ਨਾ ਕਰੋ ਅਗਵਾਈ ਨਾ ਕਰੋ ਸੰਤਾਂ ਨੇ ਜਵਾਬ ਦੇ ਦਿੱਤਾ ਉਹ ਕਹਿੰਦੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਆ ਪਰ ਸਿੱਖ ਕੌਮ ਦੀ ਗੱਲ ਨਾ ਕਰੋ ਜੋ ਮੰਗਣਾ ਮੰਗ ਲਓ ਤੁਹਾਡੇ ਉੱਤੇ ਕੋਈ ਅਤਿਆਚਾਰ ਨਹੀਂ ਹੋਵੇਗਾ ਪਰ ਸੰਤਾਂ ਨੇ ਉਹਨਾਂ ਸਾਬਰਾਂ ਦੇ ਅੱਗੇ ਗੋਡੇ ਨਹੀਂ ਟੇਕੇ ਉਹਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਉਹਨਾਂ ਦੇ ਲਾਲਚਾਂ ਦੇ ਵਿੱਚ ਆ ਕੇ ਇਹ ਹਿੰਦੁਸਤਾਨ ਦੀ ਹਕੂਮਤ ਦੇ ਸਾਹਮਣੇ ਵਿਕੇ ਨਹੀਂ ਜੇ ਨਹੀਂ ਵਿਕੇ ਆਹ ਦੇਖ ਲਓ ਅੱਜ ਉਹਨਾਂ ਦੀਆਂ ਫੋਟੋਆਂ ਵਿਕ ਰਹੀਆਂ ਤੇ ਜਿਹੜੇ ਵਿਕ ਜਾਂਦੇ ਨੇ ਇਤਿਹਾਸ ਉਹਨਾਂ ਨੂੰ ਆਏ ਮਸਲ ਦਿੰਦਾ ਜਿਵੇਂ ਆਪਾਂ ਪੈਰਾਂ ਦੇ ਵਿੱਚ ਕੱਖ ਤੇ ਕਾਨੇ ਮਸਲ ਦਿੰਦੇ ਆ ਮੁੜ ਕੇ ਇਤਿਹਾਸ ਯਾਦ ਨਹੀਂ ਕਰਦਾ ਹਾਂ ਯਾਦ ਕਰਦਾ ਪਰ ਕੌਮ ਦੇ ਗਦਾਰਾਂ ਦੇ ਨਾਲ ਯਾਦ ਕਰਦਾ ਕਦੇ ਵੀ ਕੌਮ ਦੇ ਸੂਰਬੀਰਾਂ ਵਾਂਗ ਬਹਾਦਰਾਂ ਵਾਂਗ ਉਹਨਾਂ ਯੋਧਿਆਂ ਵਾਂਗ ਉਹਨਾਂ ਗਦਾਰਾਂ ਨੂੰ ਇਤਿਹਾਸ ਯਾਦ ਨਹੀਂ ਕਰਦਾ ਜਿਹੜੇ ਸਰਕਾਰਾਂ ਦੇ ਅੱਗੇ ਝੁਕ ਜਾਂਦੇ ਨੇ ਸਰਕਾਰਾਂ ਦੇ ਅੱਗੇ ਬੈਠ ਜਾਂਦੇ ਨੇ ਇਹ ਵਿਕੇ ਨਹੀਂ ਅਟੈਕ ਹੋਇਆ ਹਰਿਮੰਦਰ ਸਾਹਿਬ ਦੇ ਉੱਤੇ ਵੀ ਗੋਲੀਆਂ ਵੱਜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚ ਵੀ ਗੋਲੀਆਂ ਵੱਜੀਆਂ ਖਾਲਸਾ ਕੀਰਤਨ ਕਰਦੇ ਸਿੰਘ ਤੱਕ ਸ਼ਹੀਦ ਕਰ ਦਿੱਤੇ ਗਏ ਇਤਿਹਾਸਕਾਰ ਲਿਖਦੇ ਨੇ ਕਿ ਆਪਣਿਆਂ ਦੀਆਂ ਅਤੇ ਬੇਗਾਨਿਆਂ ਦੀਆਂ 35000 ਲਾਸ਼ਾਂ ਸਰੋਵਰ ਦੀ ਪਰਿਕਰਮਾ ਦੇ ਵਿੱਚ ਵਿਛੀਆਂ ਪਈਆਂ ਨੇ 35000 ਲਾਸ਼ਾਂ ਆਪਣੀਆਂ ਬੇਗਾਨਿਆਂ ਜਦੋਂ ਸਾਰਾ ਸੀਰ ਸਾਰਾ ਕੁਝ ਹੋਇਆ ਸੰਤ ਵੀ ਸ਼ਹੀਦ ਹੋ ਗਏ ਭਾਈ ਸਾਹਿਬ ਭਾਈ ਅਮਰੀਕ ਸਿੰਘ ਵਰਗੇ ਜਰਨਲ ਸ਼ਵੇਕ ਸਿੰਘ ਵਰਗੇ ਬਾਬਾ ਠਾਰਾ ਸਿੰਘ ਵਰਗੇ ਹੋਰ ਬੜੇ ਸੱਚੀ ਮਰਜੀ ਦੇ ਸੰਤਾਂ ਦੇ ਨਾਲ ਹਰਿਮੰਦਰ ਸਾਹਿਬ ਦੀ ਆਨ ਸ਼ਾਨ ਦੀ ਖਾਤਰ ਆਪਣੇ ਸਹਿ ਕੁਰਬਾਨ ਕਰ ਗਏ ਆਪਣੇ ਖੂਨ ਦਾ ਕਤਰਾ ਧਰਤੀ ਦੇ ਉੱਤੇ ਡੋਲ ਗਏ ਤਾਂ ਬੜੇ ਨੌਜਵਾਨਾਂ ਦੀ ਜਿਹੜੀ ਆਤਮਾ ਵਲੂੰਧਰੀ ਗਈ ਹੈ ਉਹਨਾਂ ਦੇ ਵਿੱਚੋਂ ਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੇ ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਗਏ ਇਕੱਠਾ ਹੋਇਆ ਅਕਾਲ ਤਖਤ ਦੇਖਿਆ ਦਿਲ ਦੇ ਵਿੱਚੋਂ ਧਾਰ ਨਿਕਲੀ ਦਿਲ ਦੇ ਵਿੱਚੋਂ ਅੱਖਾਂ ਚੋਂ ਹੰਝੂ ਨਿਕਲੇ ਤੇ ਅਕਾਲ ਤਖਤ ਵੱਲ ਨੂੰ ਹਰਿਮੰਦਰ ਸਾਹਿਬ ਵੱਲ ਨੂੰ ਸਰੋਵਰ ਦੀ ਪਰਿਕਰਮਾ ਦੇ ਵਿੱਚ ਖੜ ਕੇ ਕੋਈ ਲੰਮੀਆਂ ਜੋੜੀਆਂ ਅਰਦਾਸਾਂ ਨਹੀਂ ਕੀਤੀਆਂ ਹੱਥ ਜੋੜ ਕੇ ਉਹ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਿਹੜੇ ਜਾਬਰਾਂ ਨੇ ਜਿਹੜੇ ਜਰਬਾਣਿਆਂ ਨੇ ਜ਼ਾਲਮਾਂ ਨੇ ਇਹ ਭਾਜੀ ਪਾਈਆ ਸਾਡੇ ਤੇ ਕਿਰਪਾ ਕਰਿਓ ਅਸੀਂ ਵੀ ਸੁਖਾ ਸਿੰਘ ਮਹਿਤਾਬ ਸਿੰਘ ਵਾਂਗ ਅਸੀਂ ਵੀ ਸ਼ਹੀਦ ਬਾਬਾ ਦੀਪ ਸਿੰਘ ਵਾਂਗ ਉਹਨਾਂ ਜਾਬਰਾਂ ਦਾ ਕੀਰਤਨ ਸੋਧਾ ਪੜ ਕੇ ਉਹਨਾਂ ਨੂੰ ਨਰਕਾਂ ਨੂੰ ਰਵਾਨਾ ਕਰ ਸਕੀਏ ਸਾਡੇ ਤੇ ਕਿਰਪਾ ਕਰਦੇ ਇਹ ਪ੍ਰਣ ਕੀਤਾ ਤੇ ਖਾਲਸਾ ਜੀ ਫਿਰ ਇਹਨਾਂ ਯੋਧਿਆਂ ਨੇ ਆਪਣੀਆਂ ਗਤੀਵਿਧੀਆਂ ਦਾ ਜਿਹੜਾ ਨਿਸ਼ਾਨਾ ਇਹ ਪੰਜਾਬ ਤੋਂ ਬਾਹਰ ਦਿੱਲੀ ਨੂੰ ਬਣਾਇਆ ਕਿਉਂਕਿ ਪੰਜਾਬ ਦੇ ਵਿੱਚ ਬੜੇ ਜੁਝਾਰੂ ਯੋਧੇ ਕੰਮ ਕਰ ਰਹੇ ਨੇ ਇਹਨਾਂ ਨੇ ਆਖਿਆ ਕਿ ਆਪਾਂ ਦਿੱਲੀ ਜਾਈਏ ਦਿੱਲੀ ਪਹੁੰਚੇ ਨੇ ਯੋਧੇ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ ਲਾਲਤ ਮਾਕਨ ਮਾਰਿਆ ਹਿੰਦੁਸਤਾਨ ਦੀ ਪਾਰਲੀਮੈਂਟ ਦਾ ਮੈਂਬਰ ਸੀ ਐਮਪੀ ਸੀ ਇਹ ਲਾਲਤ ਮਾਕਨ ਕੌਣ ਸੀ ਇਹ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਇੰਦਰਾ ਗਾਂਧੀ ਨੂੰ ਗੱਡੀ ਚਾੜਿਆ ਸਤਵੰਤ ਸਿੰਘ ਦੇ ਬਿਆਨ ਸਿੰਘ ਨੇ ਕਿਉਂਕਿ ਉਹਦੇ ਹੁਕਮ ਦੇ ਨਾਲ ਇਹ ਅਟੈਕ ਹੋਇਆ ਸੀ ਤੇ 36 ਗੋਲੀਆਂ ਸਰੀਰ ਦੇ ਵਿੱਚ ਹੀ ਬਾਹਰ ਲਗਾ ਦਿੱਤੀਆਂ ਜਦੋਂ ਇਹ ਚਾਟੜੇ ਲਾ ਕੇ ਦਿੱਲੀ ਦੇ ਹਸਪਤਾਲ ਲੈ ਕੇ ਗਏ ਡਾਕਟਰ ਨੂੰ ਪਤਾ ਕੀ ਕਹਿੰਦੇ डॉक्टर साहब जल्दी कीजिए श्रीमती इंदिरा गांधी जी के ग्लूकोज लगाइए ਤੇ ਫਿਰ ਡਾਕਟਰ ਦੀ ਬਾਲ ਨੇ ਪਤਾ ਕੀ ਸੀ ਡਾਕਟਰ ਕੀ ਕਹਿੰਦਾ ਉਹ ਕਹਿੰਦਾ ਕਿੱਥੇ ਲਵਾਂ ਕਿਹੜਾ ਪਤੰਦਰਾ ਨੇ ਸੂਈ ਘੁਮਾਉਣ ਜੋਗੀ ਦੀ ਜਗ੍ਹਾ ਬਾਕੀ ਨਹੀਂ ਛੱਡੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਲ ਕਿਹੜੇ ਫਿਲਟਰ ਨਾਲ ਕਰ ਦਿੱਤੀ ਤੇ ਜਦੋਂ ਉਹ ਇੰਦਰਾ ਮਾਰੀ ਗਈ ਤੇ ਖਾਲਸਾ ਜੀ ਸਾਡਾ ਕਤਲੇਆਮ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਲੋਕ ਕਹਿ ਦਿੰਦੇ ਨੇ ਕਿ ਦਿੱਲੀ ਦੇ ਦੰਗੇ ਹੋਏ ਪਰ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਦੰਗੇ ਉਹ ਹੁੰਦੇ ਨੇ ਜਿਹੜੇ
ਦੋ ਧਿਰਾਂ ਦੇ ਵਿੱਚ ਦੋ ਫਿਰਕਿਆਂ ਦੇ ਵਿੱਚ ਆਪਸੀ ਲੜਾਈ ਹੋਈ। ਖਾਲਸਾ ਜੀ ਸਾਡੀ ਸਿੱਖ ਕੌਮ ਦੀ ਕਿਸੇ ਨਾਲ ਲੜਾਈ ਨਹੀਂ। ਤੇ ਕਈ ਕਹਿ ਦਿੰਦੇ ਨੇ ਕਿ ਅਚਨਚੇਤ ਹੋਇਆ, ਇੰਦਰਾ ਗਾਂਧੀ ਮਾਰੀ ਤਾਂ ਸਿੱਖ ਕੌਮ ਦਾ ਕਤਲੇਆਮ ਦਿੱਲੀ ਦੇ ਵਿੱਚ ਹੋਇਆ। ਪਰ ਖਾਲਸਾ ਜੀ ਇਤਿਹਾਸ ਪੜ੍ਹੇ ਤੋਂ ਕਿਤਾਬਾਂ ਪੜ੍ਹੇ ਤੋਂ ਪਤਾ ਲੱਗਦਾ ਹੈ ਕਿ ਜੇ ਇੰਦਰਾ ਨਾ ਵੀ ਮਰਦੀ, ਸਾਡੇ ਯੋਧੇ ਇੰਦਰਾ ਨੂੰ ਨਾ ਵੀ ਮਾਰਦੇ, ਆ ਜਿਹੜਾ ਕੁਝ ਦਿੱਲੀ ਦੇ ਵਿੱਚ ਹੋਇਆ ਹੋਣਾ ਸਾਡੇ ਨਾਲ ਫੇਰ ਨਹੀਂ ਸੀ। ਕਿਉਂਕਿ ਉਸ ਸਾਲ ਆ ਜਿਹੜੀ ਮਰਦਮਸ਼ੁਮਾਰੀ ਹੁੰਦੀ ਹੈ, ਆਪਣੇ ਘਰਾਂ ਦੇ ਉੱਤੇ ਨੰਬਰ ਲਿਖੇ ਜਾਂਦੇ ਨੇ। ਸਾਰੀ ਦਿੱਲੀ ਦੇ ਵਿੱਚ ਜਿਹੜੇ ਮਕਾਨਾਂ ਦੇ ਉੱਤੇ ਨੰਬਰ ਲਿਖੇ, ਉਸ ਸਿਆਹੀ ਦਾ ਰੰਗ ਲਾਲ ਸੀ ਤੇ ਜਿਹੜੇ ਸਿੱਖਾਂ ਦੇ ਘਰ ਸੀ, ਸਿੱਖਾਂ ਦੇ ਘਰਾਂ ਦੇ ਬਾਹਰ ਜਿਹੜੇ ਨੰਬਰ ਲਿਖੇ ਜਾ ਰਹੇ ਨੇ ਉਹ ਚਿੱਟੀ ਸਿਆਹੀ ਦੇ ਨਾਲ ਲਿਖੇ ਜਾ ਰਹੇ ਨੇ। ਇਹ ਸਾਨੂੰ ਕਤਲੇਆਮ ਕਰਨ ਦਾ ਸਾਡੀ ਨਜ਼ਰ ਤੁਸੀਂ ਕਰਦੀ ਤਿਆਰੀ ਉਸ ਪਾਸੇ ਨੂੰ। ਕਿਉਂਕਿ ਜਦੋਂ ਭੀੜ ਉੱਠੇਗੀ, ਭੀੜ ਉਹਨਾਂ ਸਿੱਖਾਂ ਨੂੰ ਖਤਮ ਕਰੇਗੀ, ਸਿੱਖਾਂ ਨੂੰ ਮਾਰਨਾ ਸ਼ੁਰੂ ਕਰੇਗੀ, ਤਾਂ ਕਿਸੇ ਤੋਂ ਪੁੱਛਣਾ ਨਾ ਪਵੇ ਬਈ ਸਿੱਖਾਂ ਦਾ ਘਰ ਕਿਹੜਾ, ਜਿਹੜੇ ਘਰ ਦੇ ਅੱਗੇ ਚਿੱਟੀ ਸਿਆਹੀ ਦੇ ਨਾਲ ਨੰਬਰ ਲਿਖਿਆ ਹੋਵੇਗਾ, ਸਮਝ ਲਿਓ ਵੀ ਇਹ ਸਿੱਖਾਂ ਦਾ ਘਰ ਹੈ। ਲੁੱਟ ਲੋ, ਕੁੱਟ ਲੋ, ਮਾਰ ਦੋ, ਜੋ ਕਰੋ। ਤੇ ਦਿੱਲੀ ਦੇ ਵਿੱਚ ਉਹ ਕਤਲੇਆਮ ਹੋਇਆ। ਆ ਕਈ ਬਜ਼ੁਰਗ ਅੱਜ ਵੀ ਪਿੰਡਾਂ ਦੇ ਵਿੱਚ ਮਿਲ ਪੈਂਦੇ ਨੇ ਜਿਹੜੇ ਉਸ ਸਮੇਂ ਦਿੱਲੀ ਦੇ ਵਿੱਚ ਸੀ, ਜਿਨ੍ਹਾਂ ਨੇ ਕੌਤਕ ਇਹ ਕਤਲੇਆਮ, ਇਹ ਵਹਿਸ਼ੀ ਪੁਣੇ ਦੀਆਂ ਜਿਹੜੀਆਂ ਸਾਰੀਆਂ ਹੱਦਾਂ ਉਸ ਵੇਲੇ ਸਰਕਾਰ ਨੇ ਟੱਪੀਆਂ, ਰਜੀਵ ਗਾਂਧੀ ਨੇ ਟੱਪੀਆਂ। ਜਿਹੜਾ ਕਤਲੇਆਮ ਦਿੱਲੀ ਦੇ ਵਿੱਚ ਜੋ ਸਾਡੇ ਨਾਲ ਹੋਇਆ, ਇਸ ਸਟੇਜ ਤੋਂ ਖੜ ਕੇ ਮੈਂ ਇਸ ਜ਼ੁਬਾਨ ਦੇ ਨਾਲ ਬਿਆਨ ਨਹੀਂ ਕਰ ਸਕਦਾ, ਕਿਉਂਕਿ ਸਾਡੀਆਂ ਧੀਆਂ ਭੈਣਾਂ ਮੌਜੂਦ ਨੇ। ਮੈਂ ਦੱਸ ਨਹੀਂ ਸਕਦਾ ਸਾਡੇ ਨਾਲ ਦਿੱਲੀ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਤਾਰ ਕੀਤੀ ਗਈ। ਕਈ ਇਹੋ ਜਿਹੇ ਅਣਖੀਲੇ ਬਾਪ ਵੀ ਉਸ ਦਿੱਲੀ ਦੇ ਵਿੱਚ ਸੀ। ਜਦੋਂ ਭਰਤੀ ਹੋਈ ਭੀੜ ਉਹਨਾਂ ਦੇ ਘਰ ਦੇ ਵਿੱਚ ਆਈ, ਘਰਾਂ ਦੇ ਦਰਵਾਜ਼ੇ ਤੋੜੇ, ਤੇ ਖਾਲਸਾ ਜੀ ਉਹਨਾਂ ਬਾਪਾਂ ਨੇ, ਉਹਨਾਂ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਜਾਂ ਬਾਪ ਨੇ ਆਪਣੀਆਂ ਧੀਆਂ ਨੂੰ ਆਪਣੇ ਹੱਥੀਂ ਵੀ ਗੋਲੀਆਂ ਮਾਰੀਆਂ, ਆਪਣੇ ਹੱਥੀਂ ਵੀ ਉਹਨਾਂ ਦੇ ਗਲ ਘੁੱਟੇ, ਆਪਣੇ ਹੱਥੀਂ ਉਹਨਾਂ ਨੂੰ ਕਤਲ ਕਰ ਦਿੱਤਾ, ਮਾਰ ਦਿੱਤਾ, ਤਾਂ ਕਿ ਸਾਡੀ ਇੱਜ਼ਤ ਅਸੀਂ ਆਪਣੀਆਂ ਧੀਆਂ ਨੂੰ ਮਾਰ ਤਾਂ ਦੇਵਾਂਗੇ, ਪਰ ਇਹਨਾਂ ਦੀ ਇੱਜ਼ਤ ਇਹਨਾਂ ਜ਼ਾਲਮਾਂ ਦੇ ਅੱਗੇ ਤਾਂ ਨਹੀਂ ਹੋਣ ਦੇਵਾਂਗੇ। ਆਪਣੇ ਹੱਥੀਂ ਕਤਲ ਕੀਤੀਆਂ ਧੀਆਂ, ਆਪਣੇ ਜਿਗਰ ਤੇ ਹੱਥ ਰੱਖ ਕੇ ਦੇਖੀਏ ਕਿ ਜਦੋਂ ਇਹੋ ਜਿਹਾ ਕੌਤਕ ਵਾਪਰਿਆ ਹੋਵੇਗਾ, ਉਸ ਸਮੇਂ ਉਹ ਬਾਪ, ਉਹ ਭਰਾ, ਉਹ ਮਾਂ ਕੀ ਸੋਚ ਰਹੀ ਹੋਊਗੀ ਜਿਨ੍ਹਾਂ ਨੇ ਆਪਣੇ ਹੱਥੀਂ ਆਪਣੀਆਂ ਧੀਆਂ ਕਤਲ ਕੀਤੀਆਂ। ਬੜਾ ਕੁਝ ਦਿੱਲੀ ਦੇ ਵਿੱਚ ਹੋਇਆ। ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਬਲਦੇ ਟਾਇਰ ਪਾਏ ਗਏ, ਤੇ ਜਦੋਂ ਵਿਚਾਰੇ ਦਰਦ ਨਾਲ ਰੋਂਦੇ ਕਰਵਾਉਂਦੇ ਸੀ ਤਾਂ ਇਹ ਜ਼ਾਲਮ ਹੱਥ ਤੇ ਹੱਥ ਮਾਰ ਕੇ, ਤਾੜੀਆਂ ਮਾਰ ਕੇ ਹੱਸਦੇ ਸੀ ਤੇ ਨਾਲੇ ਕਹਿੰਦੇ ਸੀ ਦੇਖੋ ਇਹ ਸਿੱਖੜੇ ਭੰਗੜਾ ਪਾ ਰਹੇ ਨੇ। ਇਹੋ ਜਿਹੇ ਜ਼ੁਲਮ ਕਰਨ ਵਾਲਾ ਲਾਲਤ ਮਾਕਣ, ਜਗਦੀਸ਼ ਟਾਈਗਰ, ਸੱਜਣ ਕੁਮਾਰ ਵਰਗੇ ਇਹੋ ਜਿਹੇ ਜ਼ੁਲਮ ਕਰਨ ਵਾਲੇ ਸੀ। ਤੇ ਜਿਹੜਾ ਇਹ ਐਂਟਰੀ ਲਾਲਤ ਮਾਕਣ ਸੀ, ਇਹਦਾ ਨਾਂ ਜਿਹੜੀ ਹਰਜਿੰਦਰ ਸਿੰਘ ਜੰਡੇ ਨੂੰ ਇੱਕ ਕਿਤਾਬ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰੋਂ ਮਿਲੀ, ਉਹ ਕਿਤਾਬ ਦਾ ਸਿਰਲੇਖ ਹੈ ਹੂ ਦਾ ਗਲਤੀ ਕੀਤੀ ਸੀ, ਦੋਸ਼ੀ ਕੌਣ ਨੇ। ਉਹ 31 ਬੰਦਿਆਂ ਦੀ ਕਿਤਾਬ ਆ, ਮੈਂ ਪੜ੍ਹੀ ਹੈ। ਉਸ ਦੇ ਵਿੱਚ ਲਾਲਤ ਮਾਕੜ ਦਾ ਜਿਹੜਾ ਨਾਮ ਹੈ, ਇਸ ਵਹਿਸ਼ੀ ਪੁਣੇਲੀਆਂ ਜੋ ਹੱਦਾਂ ਟੱਪਿਆ, ਇਸ ਦਾ ਨਾਮ ਤੀਸਰੇ ਨੰਬਰ ਤੇ ਸੀ। ਤੇ ਹਰਜਿੰਦਰ ਸਿੰਘ ਜੰਡੇ ਨੇ, ਸੁਖਦੇਵ ਸਿੰਘ ਸੁੱਖੇ ਨੇ ਇਸ ਲਾਲਤ ਮਾਕੜ ਨੂੰ ਸੋਧਿਆ। ਇਹ ਕੋਈ ਆਮ ਐਮਪੀ ਨਹੀਂ ਸੀ, ਐਮਪੀ ਬੜਾ ਤੁਰੇ ਫਿਰਦੇ ਨੇ, ਇਹ ਆਮ ਐਮਪੀ ਨਹੀਂ ਸੀ। ਇਹ ਉਸ ਵੇਲੇ ਦਾ ਜਿਹੜਾ ਰਾਸ਼ਟਰਪਤੀ ਸੀ ਸ਼ਿਵ ਕੁਮਾਰ ਸ਼ਰਮਾ, ਇਹ ਉਸ ਦਾ ਜਮਾਈ ਸੀ ਲਾਲਤ ਮਾਕੜ। ਇਹਨੂੰ 31 ਜੁਲਾਈ 1985 ਨੂੰ ਸੋਧ ਦਿੱਤਾ। ਉਸਨੇ ਘਰਵਾਲੀ ਆ ਕੇ ਇਹਦੇ ਉੱਤੇ ਪੈ ਗਈ। ਇਹਨਾਂ ਨੇ ਬੜਾ ਜ਼ੋਰ ਲਾਇਆ ਬਈ ਇਹਨੂੰ ਪਾਸੇ ਸਾਈਡ ਤੇ ਕਰ ਦਿੱਤਾ ਜਾਵੇ। ਜਦੋਂ 2 ਗੋਲੀਆਂ ਇਸ ਤੇ ਵੱਜੀਆਂ, ਲਾਲਤ ਮਾਕੜ ਦੇ ਭੱਜ ਕੇ ਅੰਦਰ ਜਾ ਵੜਿਆ ਤੇ ਘਰਵਾਲੀ ਨੇ ਆ ਕੇ ਜੱਫਾ ਪਾ ਲਿਆ। ਇਹਨਾਂ ਨੇ ਬੜਾ ਜ਼ੋਰ ਲਾਇਆ ਕਿ ਇਸ ਨੂੰ ਵੱਖ ਕਰ ਦਿੱਤਾ ਜਾਵੇ, ਕਿਉਂਕਿ ਸਾਡਾ ਟਾਰਗੇਟ ਇਹ ਨਹੀਂ, ਸਾਡਾ ਟਾਰਗੇਟ ਲਾਲਤ ਮਾਕੜ ਹੈ। ਉਸਨੇ ਇੰਨਾ ਜ਼ੋਰ ਦੀ ਜੱਫਾ ਪਾਇਆ ਕਿ ਉਸਨੇ ਜੱਫਾ ਨਾ ਛੱਡਿਆ, ਮਜਬੂਰ ਯੋਧਿਆਂ ਨੂੰ ਗੋਲੀਆਂ ਚਲਾਉਣੀਆਂ ਪਈਆਂ ਤੇ ਇਸਦੇ ਘਰ ਵਾਲੀ ਨੂੰ ਗਰਦਨ ਨੂੰ ਪਾਉਣਾ। ਤੇ ਦੂਸਰਾ ਦੋਸ਼ੀ ਸੋਧਿਆ ਅਰਜਨ ਦਾਸ, ਇਹ 5 ਸਤੰਬਰ 1985 ਨੂੰ ਮਾਰਿਆ। ਇਹ ਵੀ ਦਿੱਲੀ ਦੇ ਕਤਲੇਆਮ ਦਾ ਦੋਸ਼ੀ ਸੀ। ਇਹ ਆਪ ਨੂੰ ਇੰਦਰਾ ਗਾਂਧੀ ਦਾ ਤੀਜਾ ਪੁੱਤ ਸਮਝਦਾ ਸੀ ਤੇ ਬੜੀ ਅੱਤ ਮਚਾਈ ਇਸਨੇ। ਬੜੇ ਘਰਾਂ ਦੇ ਘਰ ਖਾਲੀ ਕੀਤੇ, ਬੜੀਆਂ ਉਸਨੇ ਸਾਡੀਆਂ ਇੱਜ਼ਤਾਂ ਰੋਲੀਆਂ। ਤੇ ਜਦੋਂ ਯੋਧਿਆਂ ਦੇ ਧੱਕੇ ਚੜਿਆ 5 ਸਤੰਬਰ 1985 ਨੂੰ, ਇਹਨੂੰ ਵੀ ਲੜਕਾਂ ਵਾਲੇ ਨੂੰ ਤੋੜ ਦਿੱਤਾ। ਆਖਰ 17 ਜਨਵਰੀ 1986 ਵਾਲੇ ਦਿਨ ਭਾਈ ਹਰਜਿੰਦਰ ਸਿੰਘ ਜੰਡਾ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਹੋਇਆ। ਉਸ ਦੀ ਗ੍ਰਿਫਤਾਰੀ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਛਪੀਆਂ ਤੇ ਫਿਰ 4 ਅਪ੍ਰੈਲ
1986 ਵਾਲੇ ਦਿਨ ਅਖਬਾਰ ਦੇ ਵਿੱਚ ਖਬਰ ਛਪੀ, ਪੰਜਾਬ ਦੇ ਵਿੱਚ ਮੀਟਿੰਗਾਂ ਹੋ ਰਹੀਆਂ। ਭਾਈ ਬਲਜੀਤ ਸਿੰਘ ਬਿੱਟੂ, ਭਾਈ ਬਲਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਇਹਨਾਂ ਨੇ ਲੁਧਿਆਣੇ ਦੇ ਵਿੱਚ ਮੀਟਿੰਗ ਕੀਤੀ ਆ ਕਿ ਹਰਜਿੰਦਰ ਸਿੰਘ ਜਿੰਦੇ ਨੂੰ ਜੇਲ੍ਹ ਦੇ ਵਿੱਚੋਂ ਕਿਸ ਤਰ੍ਹਾਂ ਰਿਹਾ ਕੀਤਾ ਜਾਵੇ। ਇਹ ਮੀਟਿੰਗਾਂ ਕਰਦੇ ਨੇ। ਇਹਨਾਂ ਨੂੰ 4 ਅਪ੍ਰੈਲ 1986 ਨੂੰ ਅਖਬਾਰ ਦੇ ਵਿੱਚ ਖਬਰ ਛਪਦੀ ਹੈ ਕਿ ਯੋਧਾ ਜੇਲ੍ਹ ਦੀਆਂ ਸਲਾਖਾਂ ਤੋੜ ਕੇ ਫਰਾਰ ਹੋ ਗਿਆ। ਜਦੋਂ ਇਸਦੇ ਫਰਾਰ ਹੋਣ ਦੀ ਖਬਰ ਅਖਬਾਰਾਂ ਦੇ ਵਿੱਚ ਛਪੀ ਤਾਂ ਜਿਹੜਾ ਦਿੱਲੀ ਦੇ ਕਤਲੇਆਮ ਦੇ ਦੋਖੀ ਸੀ, ਜਿਨ੍ਹਾਂ ਨੇ ਦਿੱਲੀ ਦਾ ਕਤਲੇਆਮ ਕੀਤਾ ਸੀ, ਜਿਨ੍ਹਾਂ ਨੇ ਸਾਡੇ ਸਿੱਖਾਂ ਨੂੰ ਬੜੇ ਤਸੀਹੇ ਦੇ ਦੇ ਕੇ ਦਿੱਲੀ ਦੇ ਵਿੱਚ ਕਤਲ ਕੀਤਾ ਸੀ, ਸ਼ਹੀਦ ਕੀਤਾ ਸੀ, ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਮਾਰਿਆ, ਸਾਡੀਆਂ ਧੀਆਂ ਭੈਣਾਂ ਦੇ ਨਾਲ ਦੁਰਗਤੀ ਕੀਤੀ, ਜਦੋਂ ਉਹਨਾਂ ਦੋਖੀਆਂ ਨੂੰ ਜੰਦੇ ਦੇ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਦਿਲ ਡਰ ਦੇ ਨਾਲ ਧੱਕ ਵੱਜਣ ਲੱਗੇ। ਬੇਸ਼ੱਕ ਬੜੀ ਸਿਕਿਉਰਿਟੀ ਉਹਨਾਂ ਜ਼ਾਲਮਾਂ ਦੇ ਨਾਲ ਸੀ, ਉਹਨਾਂ ਦੇ ਨਾਲ ਬੜੀ ਸਿਕਿਉਰਿਟੀ, ਬੜੇ ਪੁਲਿਸ ਵਾਲੇ, ਬੜੇ ਗਨਮੈਨ ਹੁੰਦੇ ਸੀ, ਪਰ ਫਿਰ ਵੀ ਇਹਨਾਂ ਯੋਧਿਆਂ ਦੇ ਨਾਂ ਤੋਂ ਡਰਦੇ ਉਹ ਜ਼ਾਲਮ ਦਿਨੇ ਘਰੋਂ ਬਾਹਰ ਨਹੀਂ ਸੀ ਨਿਕਲਦੇ। ਜਿਵੇਂ ਕਤਲੇਆਮ ਦੇ ਦੋਖੀ 84 ਦਾ ਜੋ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਜਿਹੜੇ ਉਹਦੇ ਦੋਖੀ ਨੇ ਉਹ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖੇ ਦੇ ਨਾਂ ਤੋਂ ਜਿਵੇਂ ਥਰ ਕੰਬ ਰਹੇ ਨੇ, ਦਹਿਣ ਰਹੇ ਨੇ, ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਇਹ ਦੋਵੇਂ ਦੱਸ ਰਹੇ ਨੇ ਉਸ ਵੇਲੇ ਦੀ ਅਟਲ ਸੱਚਾਈ ਨੂੰ ਬੱਲੋ ਵਾਲੀਆ ਢਾਡੀ ਜੱਥਾ ਸੰਗਤਾਂ ਦੀ ਸੇਵਾ ਚ
साडे सामने घोड़ियां हारियां सानू मैं ते नहीं सरदार कहते सिर दे के गया सरदारियां ने ओ सोने फुले के फुले ते मैनू शाह दे ताज विच टंगना ओ तोरे मुल मुल बिरहा दे गीत गा के मेरे हसिया च पायो कंगना ओ पंछी वालिया एहो है मंग मेरी वाल शीस जो ओना तो वार देना ओ लगन जिथों दी मर्द शहीद बन के ते ना राह च मैनू खिलार देना श्रीमान संत बाबा सूरत सिंह जी, श्रीमान संत बाबा राम सिंह जी पूर्ण ब्रह्म ਗਿਆਨੀਆਂ ਦੇ ਨਾਮ ਤੇ ਸਾਡੇ ਨੌਜਵਾਨਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਨੂੰ 500 ਰੁਪਇਆ ਨਾਮ ਭੇਜਿਆ ਗਿਆ। ਮੈਂ ਤਹਿ ਦਿਲੋਂ ਧੰਨਵਾਦ ਕਰਦਾ।
ਸਾਡੇ ਸਰਕਾਰ ਵੱਲੋਂ ਬਜ਼ੁਰਗਾਂ ਵੱਲੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਨੂੰ ਆਪਾਂ ਛੋਟੇ ਨਾਮਾਂ ਦੇ ਨਾਲ ਜ਼ਿਆਦਾ ਜਾਣਦੇ ਹਾਂ, ਵੀਰ ਜਿੰਦਾ ਤੇ ਸੁੱਖਾ, ਉਹਨਾਂ ਦੇ ਨਾਂ ਤੇ ਬਹੁਤ ਸਾਰਾ ਮਾਣ ਸਤਿਕਾਰ ਪਿਆਰ ਸਾਡੇ ਸਰਕਾਰ ਦੇ ਬਜ਼ੁਰਗਾਂ ਵੱਲੋਂ ਭੇਜਿਆ ਗਿਆ। ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਇਹ ਹਰਜਿੰਦਰ ਸਿੰਘ ਜੀ ਜਿੰਦਾ 4 ਅਪ੍ਰੈਲ 1986 ਵਾਲੇ ਦਿਨ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਨੇ ਤੇ ਦਲਜੀਤ ਸਿੰਘ ਬਿੱਟੂ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ ਇਹਨਾਂ ਨੇ ਸੋਚਿਆ ਬਈ ਹੁਣ ਆਪਾਂ ਬੰਬੇ ਵੱਲ ਨੂੰ ਚੱਲੀਏ, ਕਿਉਂਕਿ ਇੱਕ ਮਕਾਨ ਇਹਨਾਂ ਨੇ ਦਿੱਲੀ ਦੇ ਵਿੱਚ ਕਿਰਾਏ ਤੇ ਲਿਆ ਸੀ, ਇੱਕ ਕਲਕੱਤੇ ਦੇ ਵਿੱਚ ਲਿਆ ਸੀ, ਇੱਕ ਬੰਬੇ ਦੇ ਵਿੱਚ ਲਿਆ ਸੀ, ਇੱਕ ਪੂਨੇ ਦੇ ਵਿੱਚ ਲਿਆ ਸੀ। ਇਹ ਸਿੱਖ ਕੌਮ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਖਾਤਰ ਇਹਨਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਹਨਾਂ ਯੋਧਿਆਂ ਨੇ ਮਕਾਨ ਕਿਰਾਏ ਤੇ ਲਏ ਹੋਏ ਸਨ, ਜਿੱਥੋਂ ਕਿ ਇਹ ਆਪਣੀ ਸਿੱਖ ਕੌਮ ਦੀਆਂ ਗਤੀਵਿਧੀਆਂ ਚਲਾਉਂਦੇ ਸੀ। ਇਹ ਬਿੱਟੂ ਹੋਣਾ ਨੇ, ਗਾਮੇ ਹੋਣਾ ਨੇ, ਸੁਖਵਿੰਦਰ ਸਿੰਘ ਹੋਣਾ ਨੇ, ਇਹਨਾਂ ਨੇ ਸੋਚਿਆ ਵੀ ਹੁਣ ਆਪਾਂ ਹਰਜਿੰਦਰ ਸਿੰਘ ਜਿੰਦੇ ਨੂੰ ਮਿਲੀਏ। ਉਹ ਹੋ ਸਕਦਾ ਜੇਲ੍ਹ ਦੇ ਵਿੱਚੋਂ ਫਰਾਰ ਹੋ ਕੇ ਬੰਬੇ ਦੇ ਵਿੱਚ ਪਹੁੰਚ ਗਿਆ ਹੋਵੇ। ਇਹ ਪੂਰੇ ਰਾਜਸਥਾਨ ਦੇ ਵਿੱਚ ਇਹਨਾਂ ਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ, ਜਿੱਥੇ 100 ਪੁਲਿਸ ਮੁਲਾਜ਼ਮ ਖੜਾ, ਡੀਐਸਪੀ ਖੜਾ, ਐਸਐਚਓ ਖੜਾ, ਸਬ ਇੰਸਪੈਕਟਰ ਖੜਾ, ਏਐਸਆਈ ਖੜਾ, ਬੜਾ ਤਗੜਾ ਨਾਕਾ ਲੱਗਿਆ ਹੋਇਆ। ਉਹਨਾਂ ਨੂੰ ਕੋਈ ਸੀਆਈਡੀ ਹੋਈ ਹੈ ਕਿ ਸਿੱਖ ਕੌਮ ਦੇ ਯੋਧੇ ਇਸ ਰਸਤੇ ਜਾਇਦਰੋਂ ਕੋਈ ਕਾਰਵਾਈ ਨੂੰ ਅੰਜਾਮ ਦੇਣ ਲਈ ਜਾ ਰਹੇ ਨੇ ਤੇ ਇਹਨਾਂ ਯੋਧਿਆਂ ਦਾ ਉੱਥੇ ਪੁਲਿਸ ਮੁਕਾਬਲਾ ਹੋਇਆ, ਜਿੱਥੇ ਇੱਕ ਡੀਐਸਪੀ ਮਾਰਿਆ ਗਿਆ, 3 ਸਿਪਾਹੀ ਮਾਰੇ ਗਏ ਤੇ ਉਹਨਾਂ ਨੂੰ ਮਾਰ ਕੇ ਮੁਕਾਬਲੇ ਦੇ ਵਿੱਚੋਂ ਇਹ ਕਾਰ ਦੇ ਵਿੱਚ ਸਵਾਰ ਹੋ ਕੇ ਭੱਜੇ। ਜਦੋਂ ਕਾਰ ਭਜਾਈ ਅੱਗੇ ਜਾ ਕੇ ਡੂੰਘੀ ਖਾਈ ਦੇ ਵਿੱਚ ਟੋਏ ਦੇ ਵਿੱਚ ਡਿੱਗ ਗਈ। ਸੁਖਵਿੰਦਰ ਸਿੰਘ ਦੇ ਬੜੀਆਂ ਚੋਟਾਂ ਆਈਆਂ, ਬੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਇਹ ਕਾਰ ਦੇ ਵਿੱਚੋਂ ਨਿਕਲੇ, ਜਦੋਂ ਤੁਰਨ ਲੱਗੇ ਸੁਖਵਿੰਦਰ ਸਿੰਘ ਪਤਾ ਦਲਜੀਤ ਸਿੰਘ ਨੂੰ ਕੀ ਕਹਿੰਦਾ? ਕਹਿੰਦਾ ਵੀਰ ਦਲਜੀਤ ਸਿੰਘ, ਕਹਿੰਦਾ ਮੇਰੇ ਗੋਲੀ ਮਾਰ ਦੋ। ਤੇ ਦਲਜੀਤ ਸਿੰਘ ਕਹਿੰਦਾ ਆਪਣੇ ਹਥਿਆਰ ਤਾਂ ਗੁੰਮ ਹੋ ਗਏ ਨੇ ਮਿੱਤਰਾ। ਉਹ ਕਹਿੰਦਾ ਮੇਰੇ ਗੋਲੀ ਮਾਰ ਦਿਓ, ਮੈਨੂੰ ਕਦਰ ਕਰ ਦਿਓ। ਉਹ ਕਹਿੰਦਾ ਕਿਉਂ? ਕਹਿੰਦਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ, ਕਿਤੇ ਇਹ ਨਾ ਹੋਵੇ ਬਈ ਤੁਸੀਂ ਮੈਨੂੰ ਬਚਾਉਂਦੇ ਤੁਸੀਂ ਵੀ ਤੇ ਨਹੀਂ ਸ਼ਹੀਦ ਹੋ ਜਾਵੋ, ਕਿਉਂਕਿ ਆਪਣੇ ਮਗਰ ਭਾਰੀ ਪੁਲਿਸ ਲੱਗੀ ਹੈ, ਕਦੇ ਵੀ ਮੁਕਾਬਲਾ ਹੋ ਸਕਦਾ। ਉਹ ਕਹਿੰਦੇ ਵੀਰਾ ਕੀ ਹੋਇਆ ਜੇ ਇੱਕ ਮਾਂ ਦੇ ਪੇਟੋਂ ਜਨਮ ਨਹੀਂ ਲੈ ਸਕੇ, ਪਰ ਆਪਾਂ ਸਕੇ ਭਰਾਵਾਂ ਨਾਲੋਂ ਵੀ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਜ਼ਿਆਦਾ ਪਿਆਰ ਕਰਦੇ ਆ। ਉਹ ਵੀਰਾ ਤੈਨੂੰ ਅਸੀਂ ਆਪਣੇ ਹੱਥੀਂ ਕਿਵੇਂ ਕਦਰ ਕਰਦੀ ਹੈ, ਕਿਵੇਂ ਮਾਰ ਦਈਏ। ਜੇ ਕਿਤੇ ਮਰਾਂਗੇ ਤਾਂ ਇਕੱਠੇ ਹੀ ਮਰਾਂਗੇ, ਜੇ ਮੁਕਾਬਲਾ ਹੋਇਆ ਤਾਂ ਦੇਖੀ ਜਾਵੇਗੀ ਜੋ ਹੋਵੇਗੀ, ਜੋ ਪਰਮਾਤਮਾ ਨੂੰ ਮਨਜ਼ੂਰ ਹੈ ਹੋ ਜਾਵੇਗਾ, ਪਰ ਅਸੀਂ ਤੈਨੂੰ ਮਾਰ ਨਹੀਂ ਸਕਦੇ। ਅੱਗੇ ਗਏ ਇੱਕ ਟਰੱਕ ਨੂੰ ਹੱਥ ਦਿੱਤਾ, ਕੁਦਰਤ ਪਰਮਾਤਮਾ ਦੀ, ਟਰੱਕ ਡਰਾਈਵਰ ਉਸ ਗੁਰਸਿੱਖ ਨਿਕਲਿਆ, ਉਸ ਨੂੰ ਮਾੜੀ ਜਿਹੀ ਗੱਲ ਤਾਂ ਦੱਸ ਦਿੱਤੀ ਪਰ ਸਾਡਾ ਪੁਲਿਸ ਦੇ ਨਾਲ ਝਗੜਾ ਹੋ ਗਿਆ, ਪਰ ਇਹ ਨਹੀਂ ਦੱਸਿਆ ਵੀ ਅਸੀਂ ਹੈ ਕੌਣ। ਸੁਖਵਿੰਦਰ ਸਿੰਘ ਜੋ ਕਿ ਜ਼ਖਮੀ ਹੋ ਗਿਆ ਸੀ, ਉਸ ਨੂੰ ਟਰੱਕ ਦੀ ਉੱਪਰਲੀ ਛੱਤ ਦੇ ਵਿੱਚ ਮਾਰ ਦਿੱਤਾ, ਉਹਨੂੰ ਮਾਲਕ ਬਣਾ ਦਿੱਤਾ। ਦਲਜੀਤ ਸਿੰਘ ਬਿੱਟੂ ਇਹ ਆਪ ਕਲਿੰਦਰ ਬਣ ਗਿਆ ਤੇ ਸੁਖਦੇਵ ਸਿੰਘ ਸੁੱਖਾ ਇਹ ਸਵਾਰੀ ਬਣ ਗਿਆ। ਟਰੱਕ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਨੇ, ਥਾਂ ਪੁਲਿਸ ਨਾਕੇ ਲੱਗੇ ਨੇ, ਬੜੇ ਪੁਲਿਸ ਨਾਕਿਆਂ ਨੂੰ ਦੀ ਲੱਗੇ। ਆਖਰ ਨੂੰ ਟਰੱਕ ਡਰਾਈਵਰ ਡਰ ਗਿਆ, ਕਹਿੰਦਾ ਉਹ ਵੀਰੋ ਮੈਨੂੰ ਤਾਂ ਐ ਲੱਗਦਾ ਵੀ ਆ ਜਿਹੜੀ ਪੁਲਿਸ ਥਾਂ ਸਾਹਮਣੇ ਮਾਰੀ ਕਰ ਰਹੀ ਆ, ਨਾਕੇਬੰਦੀ ਲੱਗੀ ਹੈ। ਕਹਿੰਦਾ ਅੱਜ ਤੱਕ ਮੈਂ ਕਿਤੇ ਇੰਨੇ ਨਾਕੇ ਨਹੀਂ ਲੱਗੇ ਦੇਖੇ, ਕਿਤੇ ਤੁਹਾਨੂੰ ਤਾਂ ਨਹੀਂ ਲੱਭਦੇ। ਜਦੋਂ ਇੰਨੀ ਗੱਲ ਸੁਣੀ ਤਾਂ ਦਲਜੀਤ ਸਿੰਘ ਬਿੱਟੂ ਮੁਸਕਰੀਆਂ ਜਿਹਾ ਹੱਸਿਆ, ਟਰੱਕ ਡਰਾਈਵਰ ਵੀ ਸਮਝ ਗਿਆ, ਉਹਨੇ ਉੱਥੇ ਹੀ ਟਰੱਕ ਦੇ ਬ੍ਰੇਕ ਲਾ ਲਏ। ਕਹਿੰਦਾ ਰੱਬ ਦੇ ਵਾਸਤੇ ਮੇਰੇ ਤਾਂ ਛੋਟੇ ਛੋਟੇ ਬੱਚੇ ਨੇ ਘਰੇ, ਜੇ ਕਿਤੇ ਮੈਂ ਤੁਹਾਨੂੰ ਹੋਰ ਅੱਗੇ ਲੈ ਗਿਆ, ਕਦੇ ਪੁਲਿਸ ਨੇ ਤੁਹਾਨੂੰ ਪਛਾਣ ਲਿਆ, ਕਹਿੰਦਾ ਤੁਸੀਂ ਤਾਂ ਆਦਾ ਸੀਸ ਤਲੀ ਤੇ ਰੱਖੀ ਫਿਰਦੇ ਹੋ। ਕਹਿੰਦਾ ਮੈਂ ਤਾਂ ਤੁਹਾਡੇ ਨਾਲ ਗੁੱਜਾ ਨਹੀਂ ਮਾਰਿਆ ਜਾਊਂ। ਕਹਿੰਦਾ ਰੱਬ ਦੇ ਵਾਸਤੇ ਮੇਰੀ ਤਾਂ ਸੇਵਾ ਇੱਥੇ ਤੱਕ ਹੀ ਪ੍ਰਵਾਨ ਕਰੋ। ਉਹ ਵੀਰ ਉਹਦਾ ਧੰਨਵਾਦ ਕਰਕੇ ਕੁਝ ਪੈਸੇ ਵੀ ਦੇ ਦਿੱਤੇ। ਟਰੱਕ ਤੋਂ ਉਤਰੇ, ਟ੍ਰੇਨ ਦੇ ਵਿੱਚ ਚੜੇ, ਕਲਕੱਤੇ ਪਹੁੰਚੇ, ਕਲਕੱਤੇ ਤੋਂ ਬੰਬੇ ਆਏ, ਬੰਬੇ ਤੋਂ ਪੂਨੇ ਗਏ ਤੇ ਪੂਨੇ ਜਦੋਂ ਬਾਜ਼ਾਰਾਂ ਦੇ ਵਿੱਚ ਫਿਰ ਰਹੇ ਨੇ, ਇੱਕ ਦਿਨ ਜਾਟਾਂ ਨੂੰ ਬੈਠਿਆ ਮਿਲਿਆ, ਪਰ ਕੁਦਰਤ ਰੱਬ ਦੀ ਉਹਦੀ ਵਧੀ ਹੋਣ ਕਰਕੇ ਉਸ ਦਿਨ ਸੁਖਦੇਵ ਸਿੰਘ ਸੁੱਖੇ ਨੇ ਉਸ ਨੂੰ ਦੇਖਿਆ, ਉਹਦੇ ਕੋਈ ਹਥਿਆਰ ਨਹੀਂ। ਉਹ ਜਦ ਵਾਪਸ ਆ ਕੇ ਦੁਬਾਰਾ ਗਿਆ ਹਥਿਆਰ ਲੈ ਕੇ, ਇਹਨੇ ਤੋਂ ਜਾਤੀ ਵੱਜਾ ਕੇ ਰੋਕ ਚੁੱਕਿਆ, ਦੁਬਾਰਾ ਨਹੀਂ ਮਿਲਿਆ। ਉੱਥੋਂ ਦੁਬਾਰਾ ਪੰਜਾਬ ਆ ਗਏ, ਉਹਦੇ ਪੰਜਾਬ ਹਰਜਿੰਦਰ ਸਿੰਘ ਜਿੰਦੇ ਦੇ ਨਾਲ ਮਿਲਾਪ ਹੋਇਆ। ਇੱਥੋਂ 6 ਲੱਖ ਰੁਪਈਆ ਦੇ ਹਥਿਆਰ ਲੈ ਕੇ ਦੁਬਾਰਾ ਫੇਰ ਪੂਨੇ ਪਹੁੰਚੇ।
पुणे जाके एक मोटरसाइकिल इंडो सुजुकी मोटरसाइकिल खरीदिया। इतिहास बड़ा लंबा पर माफ करना मैं छड़प्पे मार के अगे लंघ रहा क्योंकि सूई अपनी चाल चलती जा रही है। मैं इस इतिहास में योद्धियां की फांसी तक ले जाना चाहता। इंडो सुजुकी मोटरसाइकिल खरीदिया ते मोटरसाइकिल दे विच पुणे दी गलियां बाजारां दे विच गेड़े दिते जा रहे ने भाई किते ना पापी मिले। आखिरकार पापी का ठिकाना मिल गया, जालम लभ गया, पता लग गया भी आह घर दे विच रहिंदा ते उस घर दी रेकी योधे ने शुरू कर दी। ते जदों एक दिन गए भाई अज इहदा कीर्तन सूला पढ़ लिया, पूरे तैयार हो गए, सतगुरां दे चरनां दे विच अरदासां सोचदे पहुंचे। सवेर तो लैके शाम तक खड़े रहे, पापी घर को बाहर ना निकलिया। बड़ी निगाह मारी, मरूती कार भी खड़ी नजर आई, लाल रंग की मरूती कार सी असले को वो भी खड़ी दिसी ना किते ते ओदा एक गनमैन बाहर निकलिया। ओदे पुछ रहे दोने जाने कोल गए, कहले साहब किथे है? तो करा भी की लम्मा कहले साहब दा कोई कोरियर आया, सामान आया सी ओनु देना, उन्होंने भी मेनू दे दो मैं पहुंचदा कर देना। ओ कहले नहीं, ए सानू कंपनी दी सख्त हदायत है कि जिहड़े ना दे ओदे हक बना के होना सामान असि तैनूं नहीं दे सकदे। ओ कहले भी साहब दा है नहीं किते गए ने। ओ कहले भी किथे गए ने? पुछना दा यही सी, सीआईडी दा ही कहानी सी। ओदी पहचान ना सकिया भी ये कौन ने। ओ कहला साहब ने दा और मकान किराए पे ले लिया। तो कहे भी किथे ले लिया दस दो, असि उत्थे जाके बता दिंदे आ, उन्हें एड्रैस दे दिता। अगे गए ओना फ्लैटां दे विच घुमदे फिरदे ने। जालम दसिया ना एक फ्लैट दे अंदर दी मरूती कार लाल खड़ी दिसी। सुखदेव सिंह सुक्का कहला वीर दलिया आ पुੱਤਰ ਦਾ घर लगदा इत्थे लगदा खड़े रहे, देखने ले भी यही घर है। आखण हो गया अपने कमरे दे विच वापस चले गए। दूसरे दिन परमात्मा ने चरनां च अरदास कीती, सच्चे पातशाह जेड़े कारज लई ਅਸੀਂ ਘਰ ਤੋਂ ਨਿਕਲੇ ਆ, ਜਿਹੜੇ ਕਾਰਜ ਲਈ ਅਸੀਂ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਵਿੱਚ ਖੜ ਕੇ ਪ੍ਰਾਣ ਕੀਤਾ ਸੀ, ਦੇਖਿਓ ਕਿਤੇ ਸੱਚੇ ਪਾਤਸ਼ਾਹ ਇਹ ਪ੍ਰਾਣ ਸਾਡਾ ਕੀਤਾ ਕਰਾਇਆ ਹੀ ਨਾ ਰਹਿ ਜਵੇ, ਕਿਤੇ ਐ ਨਾ ਹੋਵੇ ਅਸੀਂ ਉਸ ਜ਼ਾਲਮ ਤੋਂ ਬਦਲਾ ਨਾ ਲੈ ਸਕੀਏ। ਜੇ ਕਿਤੇ ਬਦਲਾ ਨਾ ਲਿਆ ਮਹਾਰਾਜ ਤੁਹਾਡੀ ਕੌਮ ਇਹ ਸੋਚੇਗੀ, ਲੋਕ ਕਹਿਣਗੇ, ਦੁਨੀਆ ਆਖੇਗੀ ਕਿ ਸਿੱਖ ਕੌਮ ਦਾ ਹਰਮੰਦਰ ਢਾਹ ਦਿੱਤਾ, ਸਿੱਖ ਕੌਮ ਦਾ ਦਿਲ ਛਾਲਣੀ ਕਰ ਦਿੱਤਾ। ਇਹ ਕੌਮ ਦੇ ਵਿੱਚੋਂ ਅਣਖ ਤੇ ਗੈਰਤ ਖਤਮ ਹੋ ਗਈ, ਇਹ ਕੌਮ ਦੇ ਕਾਤਲਾਂ ਤੋਂ ਬਦਲਾ ਨਹੀਂ ਲੈ ਸਕੇ। ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਸਾਨੂੰ ਕਿਰਪਾ ਕਰ ਦਿਓ, ਉਹ ਜ਼ਾਲਮ ਦਾ ਕੀਰਤਨ ਸੋਲਾ ਪੜਨ ਦਾ ਬਲ ਬਖਸ਼ੋ। ਕਰਦੇ ਅਰਦਾਸ ਜਿਹੜੇ ਪਹੁੰਚੇ ਨੇ ਇੱਕ ਕਿਹੜਾ ਸਵੇਰੇ 9 ਵਜੇ ਆਇਆ, ਪਾਪੀ ਨਾਮ ਦੱਸਿਆ, ਜਿਹੜੇ ਕਰਦੇ ਵਾਪਸ ਚਲੇ ਗਏ। ਜਦੋਂ 11 ਵਜੇ ਦੁਬਾਰਾ ਮੋਟਰਸਾਈਕਲ ਲੈ ਕੇ ਪਹੁੰਚੇ ਤਾਂ ਕੀ ਵੇਖਦੇ ਆ, ਉਹਦੇ ਘਰ ਵਾਲੀ ਛਤਰੀ ਲੈ ਕੇ ਗੇਟ ਦੇ ਉੱਤੇ ਆਈ। ਗੇਟ ਕੋਲ ਪਹੁੰਚੀ ਤੇ ਇਹਨਾਂ ਨੇ ਦੇਖਿਆ ਭਈ ਹੁਣ ਇਹ ਘਰ ਵਾਲੀ ਆ ਗਈ ਤਾਂ ਹੁਣ ਜ਼ਾਲਮ ਵੀ ਨਾਲ ਆਵੇਗਾ, ਹੁਣ ਕਿਤੇ ਜਾਣ ਦੀ ਤਿਆਰੀ ਲੱਗਦੀ ਹੈ। ਖਾਲਸਾ ਜੀ ਮੈਂ ਇੱਕ ਗੱਲ ਕਹਿ ਜਾਵਾਂ, ਕਿਤੇ ਇਹ ਨਾ ਸੋਚਿਓ ਭਈ ਇਹ ਤੁਹਾਡੀ ਮਿਰਚ ਮਸਾਲਾ ਹੀ ਲਾਉਂਦੇ ਨੇ। ਮੈਂ ਉਹਨਾਂ ਵੀਰਾਂ ਦੀਆਂ ਚਿੱਠੀਆਂ ਪੜ੍ਹੀਆਂ ਜਿਹੜੀਆਂ ਉਹਨਾਂ ਨੇ ਆਪ ਜੇਲ੍ਹ ਦੇ ਵਿੱਚੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਂ ਹੋਰ ਸਿੱਖ ਕੌਮ ਦੇ ਲੋਕਾਂ ਨੂੰ ਲਿਖੀ। ਉਹਨਾਂ ਚਿੱਠੀਆਂ ਦੇ ਵਿੱਚੋਂ ਲਿਖਦੇ ਵੀ ਨੇ ਕਿ ਜਦੋਂ ਉਹ ਘਰੋਂ ਨਿਕਲੀ ਉਸ ਦਿਨ ਉਹਦੇ ਘਰ ਵਾਲੀ ਗਾਜਰ ਬੰਦਿਆਂ ਨੂੰ ਕਹਿ ਰਹੀ ਹੈ ਕਿ ਵੀ ਮੈਨੂੰ ਮੇਰੇ ਸਿਰ ਤੇ ਸਾਈਆਂ ਅੱਜ ਤੜਕੇ 4 ਵਜੇ ਇੱਕ ਸੁਪਨਾ ਆਇਆ। ਸੁਪਨਾ ਕਹਿੰਦੀ ਕਈ ਵਾਰ ਸੁਣਿਆ ਲੋਕਾਂ ਤੋਂ ਬਈ ਤੜਕੇ ਦਾ ਸੁਪਨਾ ਸੱਚਾ ਹੋ ਜਾਂਦਾ। ਉਹ ਕਹਿੰਦਾ ਵੀ ਸੁਪਨਾ ਕੀ ਆਇਆ? ਕਹਿੰਦੀ ਆਏ ਸੁਪਨਾ ਆਇਆ ਬਈ ਭੰਡਰਾ ਵਾਲੇ ਦੇ ਤਿੰਨ ਸਿੱਖ ਆਏ, ਆਪਾਂ ਕਾਰ ਦੇ ਵਿੱਚ ਜਾ ਰਹੇ ਆ ਤੇ ਤੈਨੂੰ ਗੋਲੀਆਂ ਮਾਰ ਕੇ ਖਤਮ ਕਰ ਗਏ। ਉਹ ਮੇਰੇ ਸਿਰ ਦੀਆਂ ਸਾਈਆਂ ਮੈਂ ਵਾਸਤੇ ਪਾਉਣੀਆਂ, ਅੱਜ ਦਾ ਦਿਨ ਬਾਜ਼ਾਰ ਦੇ ਵਿੱਚ ਨਾ ਜਾ, ਪਰਦਾਨ ਵਾਲੀ ਰੋਟੀ ਖਾ ਲਾਂਗੇ ਤੂੰ ਸਬਜ਼ੀ ਨੂੰ ਰਹਿਣ ਦੇ। ਪਰ ਇਹ ਹਕੂਮਤ ਦੇ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਇੰਨਾ ਅੰਨਾ ਹੋ ਚੁੱਕਿਆ ਸੀ, ਇਹ ਕਹਿੰਦਾ ਐਡੀ ਨੂੰ ਲਾ ਕੇ ਮੈਨੂੰ ਕੌਣ ਮਾਰ ਦੂ, ਮੌਤ ਯਾਦ ਨਹੀਂ ਸੀ। ਕਾਰ ਦੇ ਵਿੱਚ ਸਵਾਰ ਹੋਇਆ, ਮੈਂ ਕੀ ਪਹੁੰਚਿਆ, ਸੌਦਾ ਪਤਾ ਲੈਂਦਾ ਫਿਰਦਾ। ਅਕਸਰ ਇਹ ਹੁੰਦਾ ਕਿ ਏਡਾ ਵੱਡਾ ਅਫੀਸਰ ਜਿਹੜਾ ਕਿ ਹਿੰਦੁਸਤਾਨ ਦੀ ਆਰਮੀ ਦਾ ਚੀਫ ਹੋਵੇ ਆਪ ਡਰਾਈਵ ਕਰਕੇ ਨਹੀਂ ਜਾਂਦਾ। ਇਹ ਮੌਤ ਤੋਂ ਇੰਨਾ ਬੇਖਬਰ ਹੈ, ਇੰਨਾ ਬੇਖੌਫ ਹੈ ਕਿ ਆਪ ਡਰਾਈਵ ਕਰਕੇ ਸ਼ੌਪਿੰਗ ਤੱਕ ਪਹੁੰਚਿਆ। ਉੱਥੋਂ ਸਵਾਰ ਹੋ ਕੇ ਕਹਾ ਆਇਆ, ਸਬਜ਼ੀ ਵਾਲੀ ਦੁਕਾਨ ਹੈ,
ਸਬਜ਼ੀ ਵਾਲੀ ਦੁਕਾਨ ਤੋਂ ਸਬਜ਼ੀ ਲੈਣ ਲੱਗਿਆ ਤੇ ਇਸਨੇ ਛੋਟੇ ਛੋਟੇ ਬਤਾਊ ਚੁੱਕੇ। ਘਰ ਵਾਲੀ ਕਹਿੰਦੀ ਵੀ ਇਹ ਕੀ ਕਰਨੇ ਆ, ਬਤਾਊ ਕੀ ਕਰਨੇ ਆ। ਮੈਂ ਗੱਲ ਹੂਬਹੂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਉਹਨਾਂ ਪਰਿਵਾਰਾਂ ਤੋਂ ਇਹਨਾਂ ਕੰਨਾਂ ਦੇ ਨਾਲ ਸੁਣੀਆਂ। ਮੈਂ ਕਿਤੇ ਪੜ੍ਹੀ ਹੋਈ ਜਾਂ ਤੁਹਾਤੋਂ ਸੁਣੀ ਹੋਈ ਗੱਲ ਨਹੀਂ ਕਰ ਰਿਹਾ। ਮੈਂ ਇਸ ਪਰਿਵਾਰਾਂ ਦੇ ਨਾਲ ਗੱਲਾਂ ਕਰਕੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚ ਵਿਚਰ ਕੇ ਜੋ ਕੁਝ ਮਿਲਿਆ ਤੁਹਾਡੇ ਨਾਲ ਸਾਂਝਾ ਕਰ ਰਿਹਾ। ਇਹ ਗੱਲ ਨਹੀਂ ਮੈਂ ਪਹਿਲਾਂ ਵੀ ਕਿਹਾ ਕਿਤੇ ਨਾ ਸੋਚਿਓ ਬਈ ਢਾਡੀਆਂ ਦਾ ਕੰਮ ਨਹੀਂ ਹੁੰਦਾ ਆਟੇ ਨੂੰ ਪ੍ਰੇਥਣ ਲਾਉਣਾ। ਇਹ ਗੱਲ ਨਹੀਂ ਜੋ ਕੁਝ ਉਸ ਪਰਿਵਾਰਾਂ ਨੇ ਦੱਸਿਆ ਜਾਂ ਹਰਜਿੰਦਰ ਸਿੰਘ ਜਿੰਦੇ ਤੇ ਸੁਖਦੇਵ ਸਿੰਘ ਸੁੱਖੇ ਦੀਆਂ ਚਿੱਠੀਆਂ ਦੇ ਵਿੱਚੋਂ ਮਿਲਦਾ ਉਹ ਇਤਿਹਾਸ ਉਹਨਾਂ ਚਿੱਠੀਆਂ ਦੇ ਆਧਾਰਿਤ ਜਾਂ ਉਹਨਾਂ ਪਰਿਵਾਰਾਂ ਤੋਂ ਸੁਣੀਆਂ ਹੋਈਆਂ ਗੱਲਾਂ ਦੇ ਆਧਾਰਿਤ ਮੈਂ ਇਹ ਇਤਿਹਾਸ ਸਾਂਝਾ ਕਰ ਰਿਹਾ ਤੁਹਾਡੇ ਨਾਲ। ਜਦ ਇਸ ਨੇ ਉਹ ਬਤਾਊ ਚੁੱਕੇ ਘਰ ਵਾਲੀ ਪੁੱਛਦੀ ਹੈ ਕਹਿੰਦੀ ਇਹ ਬਤਾਊਆਂ ਦਾ ਕੀ ਕਰਨਾ। ਇਹ ਪਤਾ ਕੀ ਕਹਿੰਦਾ ਕਹਿੰਦਾ ਭਗਵਾਨ ਨੇ ਅੱਜ ਬੜਾ ਜੀ ਕਰਦਾ ਵੀ ਅੱਜ ਭਰਥਾ ਬਣਾ ਕੇ ਖਾਈਏ ਬਤਾਊਆਂ ਦਾ। ਤੇ ਸੁਖਦੇਵ ਸਿੰਘ ਸੁੱਖੇ ਨੂੰ ਸੁਣ ਗਿਆ ਥੋੜਾ ਜਿਹਾ ਦੀਦੀ ਨੇ ਖੜਾ ਸੀ ਬਈ ਇਹ ਅੱਜ ਭਰਥਾ ਖਾਣਾ ਚਾਹੁੰਦਾ। ਉਹ ਕਹਿੰਦਾ ਜ਼ਾਲਮਾ ਗੱਡੀ ਦੇ ਵਿੱਚ ਨਾ ਬੈਠ ਭਰਥਾ ਤੇਰਾ ਅੱਜ ਮੈਂ ਬਣਾਉਣਾ। ਇਹ ਬਤਾਊ ਖਰੀਦੇ ਬਤਾਊ ਖਰੀਦ ਕੇ ਕਾਰ ਦੇ ਵਿੱਚ ਸਵਾਰ ਹੋਇਆ ਤੇ ਜਦੋਂ ਇਹ ਕਾਰ ਤੇ ਸਵਾਰ ਹੋ ਕੇ ਤੁਰਿਆ ਆਪਣੇ ਘਰ ਵੱਲ ਨੂੰ ਸਬਜ਼ੀ ਲੈ ਕੇ ਤੇ ਹਰਜਿੰਦਰ ਸਿੰਘ ਜਿੰਦਾ ਮੋਟਰਸਾਈਕਲ ਚਲਾਉਣ ਲੱਗਿਆ। ਇਹ ਮੋਟਰਸਾਈਕਲ ਕਾਰ ਦੇ ਮਗਰ ਲਾ ਕੇ ਸੁੱਖਾ ਨੂੰ ਕਹਿੰਦਾ ਕਿਉਂ ਸੁੱਖਿਆ ਕਰਦੇ ਆ ਬਰਾਬਰ। ਸੁਖਦੇਵ ਸਿੰਘ ਸੁੱਖਾ ਕਹਿੰਦਾ ਵੀਰਾ ਮੋਟਰਸਾਈਕਲ ਐਨ ਉਹਦੀ ਟਾਕੀ ਦੇ ਬਰਾਬਰ ਕਰ ਦੂੰ। ਮੈਂ ਉਹਦੀਆਂ ਅੱਖਾਂ ਵਿੱਚ ਅੱਖਾਂ ਮਾਰੇ ਉਹਨੇ ਗੋਲੀ ਮਾਰ ਕੇ ਉਹਨੂੰ ਨਰਕਾਂ ਨੂੰ ਰਵਾਨਾ ਕਰਨਾ ਚਾਹੁੰਦਾ। ਉਹ ਕਹਿੰਦਾ ਕਿਉਂ ਕਹਿੰਦਾ ਮੈਂ ਦੇਖਣਾ ਚਾਹੁੰਦਾ ਬਈ ਹਜ਼ਾਰਾਂ ਸਿੰਘਾਂ ਦਾ ਕਾਤਲ ਜਦੋਂ ਉਹਦੇ ਸਾਹਮਣੇ ਉਹਦੀ ਮੌਤ ਆਉਂਦੀ ਹੈ ਤਾਂ ਉਹਦੇ ਚਿਹਰੇ ਦੇ ਹਾਵ ਭਾਵ ਉਹਦੇ ਚਿਹਰੇ ਦਾ ਰੰਗ ਉਹਦੇ ਮੱਥੇ ਦੀਆਂ ਤਲੇੜੀਆਂ ਕੀ ਦਰਸਾਉਂਦੀਆਂ ਨੇ। ਕਹਿੰਦਾ ਮੈਂ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਨੂੰ ਮਾਰਨਾ ਚਾਹੁੰਦਾ। ਹਰਜਿੰਦਰ ਸਿੰਘ ਜਿੰਦੇ ਨੇ ਮੋਟਰਸਾਈਕਲ ਭਜਾਇਆ। ਉਹ ਕਹਿੰਦਾ ਕਰਦੇ ਆ ਬਰਾਬਰ। ਉਹ ਕਹਿੰਦਾ ਹੁਣ ਸੋਚ ਲੈ ਕਿ ਆ ਵੀ ਨਾ ਟਾਕੀ ਦੇ ਬਰਾਬਰ ਕਰ। ਮੋਟਰਸਾਈਕਲ ਟਾਕੀ ਦੇ ਬਰਾਬਰ ਕੀਤਾ ਤਾਂ ਸੁਖਦੇਵ ਸਿੰਘ ਸੁੱਖਾ ਮਾਂਡਾ ਵਿੱਚ ਹੀ ਪੜ ਰਿਹਾ ਕਿ ਸੱਤ ਬਈ ਜਬ ਧਾੜੀ ਦਾ ਮੁਕਾਬਲਾ ਤੁਹਰੀ ਕਪਾਣੀ ਲੋਕਾਂ ਮੈਂ ਤੇ ਕੱਢੀ ਰੱਖਾਂ ਦੀ ਵਾਹੀ ਦਾ ਸਭ ਕੁਝ ਕਮਾਣੀ ਲੱਗੀ ਕਰਦੇ ਲੈਂਦੀ ਅਗਾ ਸਿਆਣੀ ਸਿੰਘਾਂ ਤੋਂ ਹੋਇਆ ਪੂਰਬ ਸਿੰਘ ਦੇ ਰਾਣੀ ਦੁਸ਼ਮਣ ਮਾਰ ਕੇ ਵੱਡਾ ਗੱਲ ਕਹਾਣੀ ਬੁਆ ਦੇ ਵਿੱਚ ਰਤਵਤ ਕੱਟੀ ਕਹਾਣੀ ਲੋਹੀ ਮੈਂ ਤੇ ਚਾਰਿਆ ਤੋਂ ਕਹਾਣੀ ਚੱਲ ਲਗਾ
ਸਾਡੇ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਜੀ ਬਲੂਹਾ ਉਹਨਾਂ ਦਾ ਘਾਟੀ ਜੱਥਾ ਇੱਥੇ ਪਹੁੰਚਿਆ। ਮੇਰੇ ਸਤਿਕਾਰਯੋਗ ਵੀਰ ਜਿਨ੍ਹਾਂ ਨੇ ਆਪਣੀ ਆਵਾਜ਼ ਦਾ ਲੋਹਾ ਦੁਨੀਆ ਦੇ ਵਿੱਚ ਬਣਾਇਆ, ਵੀਰ ਦਰਬਾਰਾ ਸਿੰਘ ਸੋਹਣੀ, ਬਲਦੇਵ ਸਿੰਘ ਸਿੱਧੂ ਭਦੌੜ ਵਾਲੇ, ਉਹ ਵੀ ਇੱਥੇ ਪਹੁੰਚੇ ਨੇ। ਉਹਨਾਂ ਨੂੰ ਵੀ ਜੀਓ ਆਇਆ ਕਰਾਂ। ਮਹਾਨ ਸਵਰਗੀ ਮਾਸਟਰ ਬਲਜੀਤ ਸਿੰਘ ਜੀ ਕੌਂਕੇ, ਜਿਹੜੇ ਮੇਰੇ ਸਵਰਗੀ ਮਾਸਟਰ ਕੁਲਦੀਪ ਸਿੰਘ ਦੇ ਮੋਹੀ ਦੇ ਉਸਤਾਦ ਨੇ, ਉਹ ਵੀ ਇਹਨਾਂ ਦੇ ਨਾਲ ਆਏ ਨੇ। ਬਹੁਤ ਵਧੀਆ ਘਾਟੀ ਜੱਥਾ ਕਾਲ ਪੁਰਖ ਵਾਹਿਗੁਰੂ ਦੀ ਬੜੀ ਕਿਰਪਾ। ਆਓ ਇਹਨਾਂ ਨੂੰ ਜੀਓ ਆਇਆ ਕਿ ਆਪਾਂ ਇੱਕ ਜੈਕਾਰਾ ਲਾ ਕੇ ਇਹਨਾਂ ਦਾ ਸਵਾਗਤ ਕਰੀਏ ਸਟੇਜ ਵੱਲੋਂ। ਬੋਲੇ ਸੋ ਨਿਹਾਲ। 10 ਅਗਸਤ 1986 ਨੂੰ ਹਿੰਦੁਸਤਾਨ ਦੀ ਫੌਜ ਦਾ ਕਮਾਂਡਰ ਇਨ ਚੀਫ ਜਨਰਲ ਵੈਦਿਆ ਸਿੰਘਾਂ ਨੇ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਉਹਨੂੰ ਨਾਕਾਂ ਦੀ ਟੈਂਕ ਦੇ ਕੇ ਸਿੱਧਾ ਮਾਰਕਾ ਵਾਂਗੂ ਰਵਾਨਾ ਕਰ ਦਿੱਤਾ। ਤੇ ਉੱਥੇ ਇਹ ਯੋਧੇ ਮੋਟਰਸਾਈਕਲ ਤੇ ਕਲਕੱਤੇ ਆਏ। ਕਲਕੱਤੇ ਤੋਂ ਅਲੱਗ-ਅਲੱਗ ਹੋ ਗਏ। ਸੁਖਦੇਵ ਸਿੰਘ ਸੁੱਖਾ ਬੰਬੇ ਬਾਬੂ ਚਲੇ ਗਏ। ਹਰਜਿੰਦਰ ਸਿੰਘ ਜੰਦਾ ਤੇ ਭਾਈ ਨਰਮਲ ਸਿੰਘ ਨੀਮਾ ਇਹ ਯੋਧੇ ਦੁਰਗ ਪਹੁੰਚੇ ਤੇ ਇੱਥੋਂ ਦੁਰਗ ਤੋਂ ਹਰਜਿੰਦਰ ਸਿੰਘ ਜੰਦਾ ਦਾ ਦਿੱਲੀ ਆ ਗਿਆ ਤੇ ਸੁਖਦੇਵ ਸਿੰਘ ਸੁੱਖਾ ਇਹਦੇ ਕੋਲ ਨੀਮਾ ਨਰਮਲ ਸਿੰਘ ਨੀਮਾ ਪਹੁੰਚ ਗਿਆ। ਇਹ ਉਸੇ ਮੋਟਰਸਾਈਕਲ ਤੇ ਦੁਬਾਰਾ ਪੂਨੇ ਤੋਂ ਹਥਿਆਰ ਲੈਣ ਗਏ। ਉਧਰ ਤਾਂ ਰੱਬ ਦੀ ਰਸਤੇ ਵਿੱਚ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ, ਗ੍ਰਿਫਤਾਰ ਹੋ ਗਏ। ਜਦੋਂ ਥਾਣੇਦਾਰ ਫੜ ਕੇ ਥਾਣੇ ਦੇ ਵਿੱਚ ਲੈ ਕੇ ਗਿਆ, ਇਹਨਾਂ ਦੇ ਕੋਲੋਂ ਹਥਿਆਰ ਬਰਾਮਦ ਹੋਏ। ਉਹਨੇ ਤਾਂ ਸੋਚਿਆ ਵੀ ਕੋਈ ਚੋਰ ਡਾਕੂ ਹੋਣਾ, ਕੋਈ ਲੁਟੇਰੇ ਹੋਣੇ ਆ, ਕੋਈ ਬਦਮਾਸ਼ ਹੋਣਾ ਇਲਾਕੇ ਦੇ। ਜਦੋਂ ਨਾ ਥਾਣੇ ਵਿੱਚ ਬੈਠ ਕੇ ਬੈਠਾ ਸੁਖਦੇਵ ਸਿੰਘ ਸੁੱਖਾ, ਉਹ ਥਾਣੇਦਾਰ ਨੂੰ ਪਤਾ ਕੀ ਕਹਿੰਦਾ? ਕਹਿੰਦਾ ਵੀ ਥਾਣੇਦਾਰ ਮੈਂ ਮੈਨੂੰ ਪਹਿਚਾਣਿਆ ਮੈਂ ਕੌਣ ਆ? ਉਹ ਕਹਿੰਦਾ ਤੂੰ ਕਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਲੱਗਿਆ ਵੀ ਤੇਰੀਆਂ ਫੋਟੋਆਂ ਰੋਜ਼ ਦੇਖਦਾ ਤੈਨੂੰ ਪਛਾਣਦਾ। ਉਹ ਕਹਿੰਦਾ ਮੈਂ ਪਤਾ ਕੌਣ ਆ? ਕਹਿੰਦਾ ਕੌਣ ਆ? ਕਹਿੰਦਾ ਮੈਂ ਉਹ ਆ ਜਿਹਨੇ ਤੁਹਾਡੇ ਹਿੰਦੁਸਤਾਨ ਦੀ ਫੌਜ ਦਾ ਚੀਫ 10 ਅਗਸਤ 1986 ਨੂੰ ਪੂਨੇ ਦੇ ਵਿੱਚ ਵੈਦਿਆ ਮਾਰਿਆ। ਕਹਿੰਦਾ ਮੇਰਾ ਨਾਮ ਸੁਖਦੇਵ ਸਿੰਘ ਸੁੱਖਾ। ਜਦੋਂ ਇੰਨੀ ਗੱਲ ਸੁਣੀ ਤਾਂ ਥਾਣੇਦਾਰ ਚਾਹ ਪੀਂਦਾ ਸੀ, ਹੱਥ ਤੋਂ ਗਲਾਸ ਸੁੱਕ ਗਿਆ। ਉੱਪਰ ਦੇ ਹਾਥੀਆਂ ਨੂੰ ਵਾਇਰਲੈਸ ਕਰਕੇ ਦੱਸਦਾ, ਕਹਿੰਦਾ ਸੁੱਖਾ ਗ੍ਰਿਫਤਾਰ ਹੋ ਗਿਆ। ਇਹ ਵੇਖੋ ਗ੍ਰਿਫਤਾਰ ਕੀਤਾ। ਤੇ ਇਧਰ ਹਰਜਿੰਦਰ ਸਿੰਘ ਜਿੰਦਾ, ਇਹਦੇ ਨਾਲ ਸੀ ਸੁਖਨਾਮ ਸਿੰਘ ਬਾਬਾ, ਉਹ ਮੋਟਰਸਾਈਕਲ ਚਲਾ ਰਿਹਾ ਸੀ। ਮਜਰੂ ਦੇ ਕਿਲੇ ਗੁਰਦੁਆਰੇ ਤੋਂ ਦਰਸ਼ਨ ਮੇਲੇ ਕਰਕੇ ਵਾਪਸ ਆਪਣੇ ਘਰ ਵੱਲ ਨੂੰ ਜਾ ਰਹੇ ਸੀ। ਮੁਖਬਰਾਂ ਨੇ ਮੁਖਬਰੀ ਕਰ ਦਿੱਤੀ, ਚੁਗਲੀ ਕਰ ਦਿੱਤੀ। ਤੇ ਜਦੋਂ ਲਾਲ ਬੱਤੀ ਤੇ ਮੇਰਾ ਸਕੂਟਰ ਫੜਿਆ ਤੇ ਅੱਜ ਪੁਲਿਸ ਵਾਲਿਆਂ ਨੇ ਭੱਜ ਕੇ ਆ ਕੇ ਸੁੱਖੇ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ ਪਿੱਛੇ ਜੱਫਾ ਮਾਰ ਲਿਆ, ਫੜ ਲਿਆ ਤੇ ਉਸਦੇ ਨਾਲ ਦਾ ਮੈਗਜ਼ੀਨ ਥੱਲੇ ਡਿੱਗ ਗਿਆ। ਬੜੀ ਕੋਸ਼ਿਸ਼ ਕੀਤੀ ਕਿ ਮੈਂ ਚੱਕ ਲਵਾਂ, ਪਰ ਉਹਨਾਂ ਨੇ ਚੱਕਣ ਨਹੀਂ ਦਿੱਤਾ। ਉਹਦੀਆਂ ਲੱਤਾਂ ਦੇ ਵਿੱਚ ਜ਼ਾਲਮਾਂ ਨੇ 7 ਗੋਲੀਆਂ ਮਾਰ ਕੇ ਭੱਜਣਾ। ਉਹਨੂੰ ਗ੍ਰਿਫਤਾਰ ਕੀਤਾ। ਇਤਿਹਾਸ ਦਾ ਬੜਾ ਲੰਮਾ, ਪਰ ਮੈਂ ਸ਼ਾਰਟਕਟ ਅਭਿਆਸ ਕਰਕੇ ਕੱਲ ਲਾ ਕੇ ਜਮਾਂ ਦਾ ਜਾਂਚ ਹੋ ਜਾਣਾ, ਕਿਉਂਕਿ ਸਾਡੇ ਤੋਂ ਵੱਧ ਭਾਈ ਸਾਹਿਬ ਦਾ ਟਾਈਮ ਹੈ। ਸਾਡੇ ਕੋਲ ਤਕਰੀਬਨ 15 ਮਿੰਟ ਬਚੇ ਨੇ। 15 ਮਿੰਟਾਂ ਦੇ ਵਿੱਚ ਇਤਿਹਾਸ ਫਾਂਸੀ ਦੇ ਸਫ਼ਰ ਤੱਕ ਲਿਜਾਣਾ ਚਾਹੀਦਾ। ਇਹਨਾਂ ਨੂੰ ਗ੍ਰਿਫਤਾਰ ਕਰਕੇ ਪੂਨੇ ਦੀ ਜੇਲ੍ਹ ਦੇ ਵਿੱਚ ਲਿਆਉਂਦਾ ਗਿਆ। ਖਾਲਸਾ ਜੀ ਡੰਡਾ ਬੇੜੀਆਂ ਲਾ ਕੇ ਰੱਖਿਆ ਗਿਆ। ਹੱਥ ਪਿੱਛੇ ਬੰਨੇ 2.5 ਮਹੀਨੇ ਇਹਨਾਂ ਦੇ ਹੱਥ ਨਹੀਂ ਖੋਲੇ। ਹੁਣ ਜੇ ਆਪਣੇ ਹੱਥ ਪਿੱਛੇ ਬੰਨੇ ਹੋਣ, ਨਾ ਤਾਂ ਆਪਾਂ ਟੇਢੇ ਪੈ ਸਕਦੇ ਆ, ਨਾ ਸਿੱਧੇ ਪੈ ਸਕਦੇ ਆ। ਢਿੱਡ ਦੇ ਭਾਰ 2.5 ਮਹੀਨੇ ਪਏ। ਢਿੱਡ ਦੇ ਭਾਰ ਇਸ ਦਾ ਜੇ ਸਬੂਤ ਵੇਖਣਾ ਚਾਹੁੰਦਾ ਕੋਈ ਤਾਂ ਸਿੱਧਾ ਸ੍ਰੀ ਗੰਗਾ ਨਗਰ ਭਾਈ ਸੁਖਦੇਵ ਸਿੰਘ ਸੁੱਖੇ ਦੇ ਘਰ ਪਹੁੰਚੇ, ਤੁਹਾਨੂੰ ਇਸ ਦਾ ਸਬੂਤ ਵੀ ਮਿਲ ਜਾਵੇਗਾ। ਕਿਉਂਕਿ ਉਹ ਕੱਪੜੇ ਉਹ ਬਨੈਣਾ ਜਿਹੜੀਆਂ ਥੱਲੇ ਲੱਗ ਕੇ ਰਗੜ ਕੇ ਢਿੱਡ ਦੇ ਕੋਲ ਪਾਟੀਆਂ ਪਈਆਂ, ਅੱਜ ਵੀ ਉਹਨਾਂ ਪਰਿਵਾਰਾਂ ਦੇ ਕੋਲ ਸਾਂਭੀਆਂ। ਤੇ ਖਾਲਸਾ ਜੀ ਜੱਜ ਵੀ ਤੇ ਰੂਈ ਕਰਨੇ ਇਹਨਾਂ ਯੋਧਿਆਂ ਨੂੰ 21 ਅਕਤੂਬਰ 1999 ਨੂੰ ਫਾਂਸੀ ਦੀ ਸਜ਼ਾ ਸੁਣਾਈ। ਜਦੋਂ ਫਾਂਸੀ ਦੀ ਸਜ਼ਾ ਸੁਣਾਈ, ਗੱਲ ਜ਼ਿਕਰ ਜੋ ਕਿ ਮੈਂ ਤੁਹਾਡੇ ਇਤਿਹਾਸ ਵਿੱਚ ਪੁੱਛੇ ਜਾਵਾਂ, 12 ਵਜੇ ਜੱਜ ਸਜ਼ਾ ਸੁਣਾਉਣ ਲੱਗਿਆ, ਪਰ ਉਸ ਦਾ ਹੌਸਲਾ ਨਾ ਪਿਆ। ਉਹ ਵਾਪਸ ਚਲਿਆ ਗਿਆ। ਹਰਜਿੰਦਰ ਸਿੰਘ ਜਿੰਦਾ ਨੇ ਭਰਾ ਭੁਪਿੰਦਰ ਸਿੰਘ ਨੂੰ ਕੋਲ ਬੁਲਾਇਆ। ਉਹ ਕਹਿੰਦਾ ਮੈਂ ਇਹਨਾਂ ਨੂੰ ਫਾਂਸੀ ਦੇਣੀ ਨਹੀਂ ਚਾਹੁੰਦਾ। ਕਹਿੰਦਾ ਮੇਰੀ ਬੇਨਤੀ ਪ੍ਰਵਾਨ ਕਰ ਲਓ। ਉਹਨਾਂ ਨੂੰ ਕਹਿ ਦਿਓ ਕਿ ਕੋਰਟ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਤੇ ਭਿੰਡਰਾਂ ਵਾਲਾ ਜਿੰਦਾਬਾਦ ਦੇ ਨਾਅਰੇ ਨਾਲ ਲਾਉਣ। ਮੈਂ ਇਹਨਾਂ ਨੂੰ ਫਾਂਸੀ ਨਹੀਂ ਦੇਵਾਂਗਾ, ਮੈਂ ਉਮਰ ਕੈਦ ਦੇਵਾਂਗਾ।
ਤੇ ਭੁਪਿੰਦਰ ਸਿੰਘ ਨੇ ਆ ਕੇ ਜਦੋਂ ਹਰਜਿੰਦਰ ਸਿੰਘ ਜਿੰਦੇ ਤੇ ਸਰਦੇਵ ਸਿੰਘ ਸੁੱਖੇ ਨੂੰ ਆਖਿਆ, ਪਰ ਯੋਧਿਆਂ ਨੇ ਨਾ ਮੰਨਿਆ। ਇਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਲਿਜਾਇਆ ਗਿਆ, ਚਾਰ ਸਾਲ ਇਹਨਾਂ ਨੇ ਖਾਲਿਸਤਾਨ ਜਿੰਦਾਬਾਦ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ ਦੇ ਨਾਅਰੇ ਲਾਏ ਤੇ 21 ਅਕਤੂਬਰ 1999 ਨੂੰ ਉਸ ਜੱਜ ਨੇ ਦੁਪਹਿਰ ਦੇ 2:05 ਤੇ ਇਹਨਾਂ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਗੱਜ ਕੇ ਆਖੋ ਸਤਨਾਮ। ਜੇਲ੍ਹ ਦੇ ਵਿੱਚ ਆਏ, ਬੜੇ ਤਸ਼ੱਦਦ ਹੋਏ, ਬੜੇ ਅਤਿਆਚਾਰ ਇਹਨਾਂ ਤੇ ਹੋਏ, ਬੜਾ ਕੁਝ ਜੇਲ੍ਹ ਦੇ ਵਿੱਚ ਹੋਇਆ। ਜੇ ਹੁਣ ਮੈਂ ਕੱਲਾ ਪੁਆਇੰਟ ਨੋਟ ਕਰਾਂ ਤਾਂ ਘੱਟ ਤੋਂ ਘੱਟ ਮੈਨੂੰ ਇਹਨਾਂ ਦੀ ਫਾਂਸੀ ਦੀ ਸਜ਼ਾ ਹੋਣ ਤੋਂ ਫਾਂਸੀ ਹੋਣ ਤੱਕ ਦਾ ਘੱਟ ਤੋਂ ਘੱਟ 2 ਘੰਟੇ ਦਾ ਸਮਾਂ ਹੋਰ ਚਾਹੀਦਾ ਤਾਂ ਇਹਨਾਂ ਦਾ ਪੂਰਾ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾ ਸਕਦਾ। ਪਰ ਖਾਲਸਾ ਜੀ, ਮੈਂ ਇਤਿਹਾਸ ਨੂੰ ਨੇੜੇ ਮੁਕਾਵਾਂ। ਫਾਂਸੀ ਦਾ ਦਿਨ, ਸਜ਼ਾ ਦਾ ਦਿਨ ਮੁਕਰਰ ਹੋ ਗਿਆ ਕਿ 9 ਅਕਤੂਬਰ 1992 ਨੂੰ ਤੜਕੇ ਦੇ 4 ਵਜੇ ਇਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਤੇ ਇੱਕ ਦਿਨ ਪਹਿਲਾਂ ਪਰਿਵਾਰਕ ਮੈਂਬਰ ਗਏ, ਉਸ ਪਰਿਵਾਰ ਦੇ ਗਿਲੇ ਵੀ ਸਾਡੇ ਨਾਲ ਬੜੇ ਗਿਲੇ ਨੇ, ਕਿਉਂਕਿ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਦੇ ਉੱਤੇ ਰੱਖੀ, ਉਹਨਾਂ ਯੋਧਿਆਂ ਦੀ ਮੁਲਾਕਾਤ ਕਰਨ ਦੀ ਨਾ ਤੁਹਾਡੇ ਵਿੱਚੋਂ ਕੋਈ ਗਿਆ ਤੇ ਨਾ ਸਾਡੇ ਵਿੱਚੋਂ ਕੋਈ ਗਿਆ। ਡਰਦੇ ਸੀ ਬਈ ਜੇ ਕਿਤੇ ਉਹਨਾਂ ਦੀ ਮੁਲਾਕਾਤ ਕਰਨ ਚਲੇ ਗਏ, ਕਦੇ ਸਾਨੂੰ ਵੀ ਖਾਟੂ ਸਮਝ ਕੇ ਫਾਹੇ ਤੇ ਨਾ ਕਰ ਦੇਣ। ਸਿਰਫ 3 ਕੁੜੀਆਂ ਆਈਆਂ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਜੰਮੂ ਤੋਂ, ਉਹ ਮੁਲਾਕਾਤ ਕਰਨ ਆਈਆਂ। ਦਿਲ ਤੇ ਹੱਥ ਰੱਖ ਕੇ, ਪੱਥਰ ਰੱਖ ਕੇ ਸੁਣਨ ਵਾਲੀ ਗੱਲ ਹੈ। ਜਿਸ ਦਿਨ ਇੱਕ ਦਿਨ ਪਹਿਲਾਂ ਇਹ ਦੋਨਾਂ ਪਰਿਵਾਰਕ ਮੈਂਬਰਾਂ ਦੇ ਮੈਂਬਰ ਅੰਦਰ ਮੁਲਾਕਾਤ ਕਰਨ ਲਈ ਗਏ, ਦੋਨੇ ਬਾਪ ਦੋਹਾਂ ਦੇ, ਦੋਨੋਂ ਮਾਮਾ, ਦੋਨਾਂ ਦੀਆਂ 2 ਭੈਣਾਂ ਅਤੇ 3 ਕੁੜੀਆਂ ਜੰਮੂ ਵਾਲੀਆਂ, ਉਹਨਾਂ ਨੂੰ ਪਹਿਲਾਂ ਤਾਂ ਜਾਣ ਦੀ ਆਗਿਆ ਨਾ ਦਿੱਤੀ। ਤੇ ਹਰਜਿੰਦਰ ਸਿੰਘ ਜਿੰਦੇ ਦੀ ਮਾਤਾ ਨੇ ਆਖਿਆ ਕਿ ਇਹ ਮੇਰੀ ਭੈਣ ਦੀਆਂ ਕੁੜੀਆਂ, ਉਹਨਾਂ ਦੀ ਮਾਸੀ ਦੀਆਂ ਕੁੜੀਆਂ ਲਗਾ ਕੇ ਉਹਨਾਂ ਨੂੰ ਅੰਦਰ ਲੈ ਕੇ ਗਏ। ਤੇ ਜਦੋਂ ਗਏ ਪਰਿਵਾਰਕ ਮੈਂਬਰ, ਉਹ ਯੋਧੇ ਬੈਠੇ ਨੇ, ਚਿਹਰੇ ਗੁਲਾਬ ਦੇ ਫੁੱਲ ਵਾਂਗ ਖਿਲੇ ਹੋਏ ਨੇ। ਮੈਂ ਜ਼ਿਕਰ ਕਰ ਜਾਵਾਂ ਕਿ ਉਹਨਾਂ ਦੇ ਦਿਲ ਮੋਮ ਸਨ। 28 ਪੈਕਟ ਡਕੈਤੀਆਂ ਯੋਧਿਆਂ ਨੇ ਕੀਤੀਆਂ, ਪਰ ਉੱਥੇ ਕੀਤੀਆਂ ਜਿੱਥੇ ਕੋਈ ਬੰਦਾ ਮਾਰਿਆ ਨਾ ਜਾਵੇ, ਕੋਈ ਵੇਖ ਨਾ ਜਿਹੜਾ ਵਿਚਾਰਾ ਬੈਂਕ ਦਾ ਮੁਲਾਜ਼ਮ ਆ ਸਾਡੀ ਗੋਲੀ ਦਾ ਨਿਸ਼ਾਨਾ ਨਾ ਬਣੇ। 28 ਕੌਮ ਦੀ ਖਾਤਰ ਬੈਂਕ ਡਕੈਤੀਆਂ ਯੋਧਿਆਂ ਨੇ ਕੀਤੀਆਂ, ਪਰ ਇੱਕ ਵੀ ਬੰਦਾ ਮਾਰਿਆ ਤੇ ਉਹ ਯੋਧੇ ਜੇਲ੍ਹ ਦੇ ਵਿੱਚ ਬੈਠੇ ਨੇ। ਮਾਂ ਗਈ, ਕਹਿੰਦੀ ਮੈਂ ਪੁੱਤਰ ਆ ਗੁਟਕਾ ਰੱਖ ਦੇ, ਤੁਸੀਂ ਕਾਹਨੂੰ ਫਾਹੇ ਲੱਗ ਜਾਣਾ, ਸਾਡੇ ਨਾਲ 4 ਗੱਲਾਂ ਤਾਂ ਕਰੋ। ਉਹ ਜਲਦੀ ਮਾਰਦਾ, ਕੁਝ ਸਾਨੂੰ ਸੰਦੇਸ਼ ਤਾਂ ਦੇ ਜਾਓ। ਉਹ ਪੁੱਤਰੋ, ਆਪਦੇ ਦਿਲ ਦੇ ਕੁਝ ਦਰਦ, ਆਪਦੇ ਦਿਲ ਦੀਆਂ ਸਦਰਾਂ, ਆਪਦੇ ਦਿਲ ਦੇ ਮਾਰ ਜਾਂਦੀ ਬਾਤ ਵੀ ਸਾਡੇ ਨਾਲ ਸਾਂਝਾ ਨਾ ਕਰ ਲੋ। ਉਹ ਪੁੱਤਰੋ, ਪਾਰ ਸਾਡੇ ਗਿਆ ਤੋਂ ਬਾਅਦ ਵੀ ਕਰ ਲਵਾਂਗੇ। ਯੋਧਿਆਂ ਨੇ ਉਸ ਪਾਠ ਕਰਦਿਆਂ ਨੇ ਗੁਟਕਾ ਬੰਦ ਕੀਤਾ ਤੇ ਮਾਂ ਨੂੰ ਪਤਾ ਕੀ ਕਹਿੰਦੇ? ਕਹਿੰਦੇ ਮਾਂ, ਸਾਡੇ ਦਿਲ ਦੀ ਇੱਕ ਸਦਰ ਹੈ, ਸਾਡੇ ਦਿਲ ਦਾ ਇੱਕ ਨਾਮ ਹੈ। ਮਾਂ ਕਹਿੰਦੀ ਪੁੱਤ, ਮੈਂ ਆਪਣਾ ਆਪਾ ਬਾਰ ਕੇ ਵੀ ਤੁਹਾਡੀ ਆਖਰੀ ਇੱਛਾ ਪੂਰੀ ਕਰਾਂਗੀ। ਇੱਕ ਵਾਰ ਮੂੰਹੋਂ ਕੱਢੇਗਾ ਸਹੀ, ਉਹ ਪੁੱਤਰਾ ਮੈਂ ਰਾਮ ਕਰਜਾਈ ਹੋ ਜਾਵਾਂਗੀ, ਪਰ ਤੁਹਾਡਾ ਇੱਕ ਵਚਨ ਮੈਂ ਪੂਰਾ ਕਰਾਂਗੀ। ਤੁਹਾਡਾ ਆਖਰੀ ਵਚਨ ਕੀ ਹੈ? ਆਖਰੀ ਇੱਛਾ ਕੀ ਹੈ? ਕੁਝ ਗੱਲ ਕਰੋ। ਗੱਲ ਪਤਾ ਕੀ? ਕਹਿੰਦੇ ਮਾਂ, ਸਾਡੇ ਦਿਲ ਦੀ ਆਖਰੀ ਸੱਧਰ ਹੈ ਕਿ ਜਦੋਂ ਕਿਸੇ ਜਵਾਨ ਪੁੱਤ ਦਾ ਵਿਆਹ ਹੁੰਦਾ, ਇਹ ਮਾਮਾ ਘੋੜੀਆਂ ਗਾਉਂਦੀਆਂ, ਭੈਣਾਂ ਵਾਲ ਗਾਉਂਦੀਆਂ, ਘੋੜੀਆਂ ਗਾਈਆਂ ਜਾਂਦੀਆਂ। ਓ ਮਾਂ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਪੁੱਤ, ਤੁਹਾਡੇ ਲਾਲ ਦੇਸ਼ ਦੀ ਖਾਤਰ ਅੱਜ ਕੁਰਬਾਨ ਹੋਣ ਲੱਗੇ ਨੇ। ਸਾਡੇ ਸਾਹਮਣੇ ਸਾਡੇ ਵਿਆਹ ਦੀਆਂ ਘੋੜੀਆਂ ਗਾ ਕੇ ਸੁਣਾਓ, ਗੱਜ ਕੇ ਆ ਕੇ ਸਤਨਾਮ। ਜੇਲ੍ਹ ਦੇ ਵਿੱਚੋਂ ਹਾਏ ਗੁਰੂ ਮਰ ਗਿਆ ਤਾਂ ਜਿਹੜੀਆਂ ਆਵਾਜ਼ਾਂ ਬੜੀਆਂ ਸੁਣੀਆਂ ਹੋਣਗੀਆਂ, ਪਰ ਫਾਂਸੀ ਤੋਂ ਇੱਕ ਦਿਨ ਪਹਿਲਾਂ ਦੋਨੇ ਮਾਮਾ, ਯੋਧਿਆਂ ਦੀਆਂ ਦੋਨੋਂ ਭੈਣਾਂ ਤੇ 3 ਕੁੜੀਆਂ ਜਿਹੜੀਆਂ ਜੰਮੂ ਤੋਂ ਆਈਆਂ ਸੀ, ਇਹਨਾਂ ਸੱਤਾਂ ਨੇ ਰਲ ਕੇ ਉਹਨਾਂ ਬਾਬਰ ਸ਼ੇਰਾਂ ਦੀਆਂ ਜੇਲ੍ਹ ਦੇ ਵਿੱਚ ਬੈਠ ਕੇ ਘੋੜੀਆਂ ਗਾਈਆਂ। ਇਹ ਸਾਡੀ ਕੌਮ ਦਾ ਇਤਿਹਾਸ ਹੈ। ਤੇ ਅੱਜ ਵੀ ਉਹ ਵੀਰ ਹਰਜਿੰਦਰ ਸਿੰਘ ਜਿੰਦੇ ਦੀ ਭੈਣ ਬਲਵਿੰਦਰ ਕੌਰ ਨਾਲ ਗੱਲ ਕਰਕੇ ਵੇਖਿਓ ਜੇ ਉਹਨਾਂ ਪਰਿਵਾਰਾਂ ਦੇ ਨਾਲ ਮਿਲਣ ਦਾ ਸਮਾਂ ਵਰਤੂ। ਉਹ ਦੱਸਦੀ ਸੀ, ਕਹਿੰਦੀ ਮੈਂ ਵੀਰਾ, ਕਹਿੰਦੀ ਮੈਂ ਤੈਨੂੰ ਦੱਸਦੀ ਆ ਕਿ ਜਦੋਂ ਅਸੀਂ ਆਖਰੀ ਮੁਲਾਕਾਤ
ਵਿੱਚੋਂ ਅਥਰੂ ਡੁੱਲੇ ਜਦੋਂ ਜੇਲ੍ਹ ਦੇ ਵਿੱਚ ਆਪਣੇ ਵੀਰਾਂ ਦੀਆਂ ਘੋੜੀਆਂ ਗਾਈਆਂ ਮੈਂ ਰੋਈ ਮੇਰੇ ਦਿਲ ਦੇ ਵਿੱਚੋਂ ਆਵਾਜ਼ ਹੂਕ ਹੰਝੂਆਂ ਰਾਹੀਂ ਬਾਹਰ ਆਈ ਕਹਿੰਦੀ ਮੇਰਾ ਵੀਰ ਜਿੰਦਾ ਕਹਿੰਦਾ ਭੈਣੇ ਇੱਕ ਵਾਰ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤਾਂ ਵੇਖ ਕਹਿੰਦੀ ਸੱਚ ਦਾਣੀ ਵੇ ਵੀਰਾ ਬੱਲੋ ਵਾਲੀਆ ਜਦੋਂ ਮੈਂ ਆਪਣੇ ਵੀਰ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਤਾਂ ਇੱਕ ਪਲ ਦੀ ਖਾਤਰ ਇੱਥੇ ਕਈ ਤੱਤਵਾਦੀ ਹੋਣਗੇ ਜਿਹੜੇ ਇਸ ਗੱਲ ਨੂੰ ਨਹੀਂ ਮੰਨਣਗੇ ਸਾਡੀ ਕੋਈ ਪਰਵਾਹ ਨਹੀਂ ਕੋਈ ਮੰਨੇ ਕੋਈ ਨਾ ਮੰਨੇ ਤਾਂ ਮੈਂ ਮੰਨਦਾ ਉਹ ਕਹਿੰਦੀ ਵੇ ਵੀਰਾ ਇੱਕ ਪਲ ਦੀ ਖਾਤਰ ਮੈਨੂੰ ਮੇਰੇ ਵੀਰ ਹਰਜਿੰਦਰ ਸਿੰਘ ਜਿੰਦੇ ਦੀਆਂ ਅੱਖਾਂ ਦੇ ਵਿੱਚੋਂ ਬਾਜਾਂ ਵਾਲੇ ਪਾਤਸ਼ਾਹ ਦੇ ਦਰਸ਼ਨ ਹੋਏਗਾ ਜਿੱਕੇ ਆਖੋ ਸਤਿਨਾਮ ਕਹਿੰਦੀ ਉਹ ਦਿਨ ਜਾਵੇ ਤੇ ਆ ਦਿਨ ਆਵੇ ਮੈਂ ਮੁੜ ਕੇ ਕਦੇ ਅੱਖ ਦੇ ਵਿੱਚ ਹੰਝੂ ਨਹੀਂ ਆਉਂਦੇ 9 ਅਕਤੂਬਰ ਨੂੰ ਯੋਧਿਆਂ ਨੂੰ ਫਾਂਸੀ ਦੇ ਉੱਤੇ ਲਟਕਾ ਦਿੱਤਾ ਗਿਆ ਯੋਧਿਆਂ ਨੇ ਆਖਿਆ ਕਿ ਫਾਂਸੀ ਦੇ ਰੱਸੇ ਅਸੀਂ ਆਪ ਗਲ ਦੇ ਵਿੱਚ ਪਾਉਣੇ ਆ ਪਰ ਉਹਨਾਂ ਦੀ ਗੱਲ ਦੇ ਨਾ ਪ੍ਰਵਾਨ ਹੋਈ ਤੇ ਪਰ ਆਖਰੀ ਇੱਛਾ ਜਲਾਬ ਨੇ ਜਦੋਂ ਪੁੱਛੀ ਵੀ ਤੁਹਾਡੀ ਆਖਰੀ ਇੱਛਾ ਸੰਗਰੇਜ਼ ਸਿੰਘ ਸੁੱਕਾ ਬੜਾ ਹੱਥ ਸੀ ਉਹ ਪਤਾ ਕੀ ਕਹਿੰਦਾ ਵੀ ਹੈ ਆਖਰੀ ਇੱਛਾ ਕਰਾਓ ਕੀ ਕਹਿੰਦਾ ਮੇਰੀ ਆਖਰੀ ਇੱਛਾ ਇਹ ਹੈ ਵੀ ਮੇਰੀ ਜਗ੍ਹਾ ਫਾਂਸੀ ਦੇ ਰੱਸੇ ਤੇ ਤੂੰ ਚੱਲਦਾ ਜਲਾਦ ਨੂੰ ਕਹਿੰਦੇ ਸੰਗਰੇਜ਼ ਸਿੰਘ ਸੁੱਕਾ ਤੇ ਜਲਾਦ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗੇ ਉਹ ਕਹਿੰਦਾ ਵੀਰਾ ਉਹ ਭਰਾਵਾ ਇਹ ਫਾਂਸੀ ਦੇ ਰੱਸੇ ਤੈਨੂੰ ਗਵਾਰ ਕੌਣ ਉਹ ਕਹਿੰਦਾ ਤੇਰੇ ਮਾਂ-ਬਾਪ ਇੰਨੇ ਵਡਭਾਗੇ ਨੇ ਇੰਨੇ ਵੱਡਿਆ ਭਾਗਾਂ ਵਾਲੇ ਨੇ ਉਹਨਾਂ ਦੀ ਕੰਖ ਦੇ ਵਿੱਚ ਤੇਰੇ ਵਰਗਾ ਹੀ ਜਨਮ ਲੈ ਸਕਦਾ ਉਹ ਕਹਿੰਦਾ ਕਾਸ਼ ਮੈਂ ਵੀ ਗੁਲਜ਼ਾਰ ਸਿੰਘ ਪਿਤਾ ਉਹ ਗੁਰਨਾਮ ਕੌਰ ਮਾਤਾ ਵਾਲੀ ਕੁੱਖੋਂ ਪੈਦਾ ਹੋਇਆ ਹੁੰਦਾ ਰਾਜ ਫਾਂਸੀ ਤੇ ਰਤੂਗਾ ਮੈਂ ਵੀ ਲੈ ਜਦੋਂ ਫਾਂਸੀ ਤੇ ਝੂਟਾ ਦੇਣ ਲੱਗੇ ਤਾਂ ਹਰਜਿੰਦਰ ਸਿੰਘ ਜਿੰਦੇ ਨੇ ਸੰਗਰੇਜ਼ ਸਿੰਘ ਸੁੱਕੇ ਨੂੰ ਜਿਹੜੀ ਗੱਲ ਆਖੀ ਤੱਕਿਓ ਜਰਾ ਉਹ ਕਹਿੰਦਾ ਵੀਰਾ ਇਹ ਫਾਂਸੀ ਦੇ ਰੱਸੇ ਨੇ ਹੁਣ ਝੂਟਾ ਲੈ ਕਹਿੰਦਾ ਉਹ ਪੀਰ ਹੈ ਇਹ ਉਹ ਪੀਰ ਹੈ ਜਿਹਦਾ ਇੱਕੋ ਝੂਟਾ ਆਪਾਂ ਨੂੰ ਸੱਚਖੰਡ ਵਿੱਚ ਬਾਜਾਂ ਵਾਲੇ ਵੀ ਗੋਲ ਵਿੱਚ ਪਹੁੰਚਾ ਦੇਵੇਗਾ ਗੱਜ ਕੇ ਆਪੋ ਸਤਿਨਾਮ ਜੋਧਿਆਂ ਨੂੰ ਫਾਂਸੀ ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਤਿੰਨ ਜਗ੍ਹਾ ਉਹਨਾਂ ਦੇ ਸੰਸਕਾਰ ਲਈ ਕੀਤੀਆਂ ਗਈਆਂ ਤਿੰਨਾਂ ਜਗ੍ਹਾ ਦੇ ਵਿੱਚੋਂ ਮੂਲਾ ਬੁੱਥਾ ਨਦੀ ਦੇ ਕਿਨਾਰੇ ਕੇਵਲ ਇੱਕ ਜਗ੍ਹਾ ਕਮਾਦ ਨੂੰ ਵਿਚਾਲਿਓਂ ਵੱਢ ਕੇ ਉੱਥੇ ਚਿਖਾ ਚੜ ਕੇ ਉੱਥੇ ਮਾਮਾ ਨੇ ਉਹਨਾਂ ਪੁੱਤਾਂ ਦੇ ਇਸ਼ਨਾਨ ਕਰਵਾਏ ਤੇ ਇਸ਼ਨਾਨ ਮਾਮਾ ਨੇ ਪਰਿਵਾਰ ਨੇ ਕਰਵਾਏ ਤੇ ਖਾਲਸਾਈ ਸੰਸਕਾਰ ਉਹਨਾਂ ਯੋਧਿਆਂ ਦਾ ਪੁਲਿਸ ਵਾਲਿਆਂ ਨੇ ਕੀਤਾ ਮਾਪਿਆਂ ਨੂੰ ਹੀ ਕਰਦੇ ਤੇ ਉਸ ਬਲਦੀ ਚਿਖਾ ਦੇ ਕੋਲ ਖੜ ਕੇ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਇਹਨਾਂ ਦੀਆਂ ਦੋਨੋਂ ਮਾਵਾਂ ਆ ਚਿਖਾ ਦੀ ਲਾਗ ਵੱਲ ਨੂੰ ਵੇਖ ਕੇ ਜਿਵੇਂ ਕਹਿੰਦੀਆਂ ਕਿ ਪੁੱਤਰੋ ਤੁਹਾਨੂੰ ਕੌਮ ਉਡੀਕਦੀ ਰਹੇਗੀ ਓ ਬੇਟਾ ਕੌਮ ਤੁਹਾਨੂੰ ਉਡੀਕਦੀ ਰਹੇਗੀ ਰਹਿਦੇ ਕਾਰਜਾਂ ਨੂੰ ਪੂਰੇ ਕਰਨ ਦੀ ਖਾਤਰ ਦੁਬਾਰਾ ਕਿਸੇ ਮਾਂ ਦੀ ਗੋਦ ਮਾਂ ਦੀ ਕੁੱਖ ਨੂੰ ਚੁਣ ਕੇ ਜਨਮ ਲਵੋ ਤਾਂ ਕਿ ਸਿੱਖ ਕੌਮ ਦੇ ਗਲਾਂ ਦੇ ਵਿੱਚੋਂ ਗੁਲਾਮੀ ਦੇ ਵਿਹੜੇ ਲਾ ਸਕੋ ਜਿਵੇਂ ਉਹ ਮਾਮਾ ਇਹਨਾਂ ਪੁੱਤਰਾਂ ਨੂੰ ਯਾਦ ਕਰਕੇ ਦੁਬਾਰਾ ਸੰਸਾਰ ਤੇ ਪਿਆਉਣ ਲਈ ਕਹਿ ਰਹੀਆਂ ਤੁਹਾਡੀ ਤਰਫਾ ਸਾਡੀ ਸੇਵਾ
ਛੇਤੀ ਆ ਜੋ ਪੁੱਤਰੋ ਵੇ ਕਿਸਾਨੂੰ ਖੜਿਆ ਡਿੱਗਣ ਮਾਵਾ ਮਾਂ ਕਹਿੰਦੇ ਸੁਖ ਆਵੇ ਮਾਂ ਕਹਿੰਦੀ ਸੁਖਿਆ ਵੇ ਸੁੱਖਾ ਲੱਗਾ ਪੁੱਤਰ ਮੇਰਾ ਦੁੱਖ ਸਫਲੀ ਕਰ ਗਿਆ ਵੇ ਜੁਗਾ ਤੱਕ ਨਾਮ ਰਹੂਗਾ ਤੇਰਾ ਦੁੱਖ ਸਫਲੀ ਕਰ ਗਿਆ ਵੇ ਜੁਗਾ ਤੱਕ ਨਾਮ ਰਹੂਗਾ ਤੇਰਾ ਮੇਰੀ ਜਿੰਦ ਆਵੇ ਜਦ ਮੇਰੀ ਜਿੰਦ ਆਵੇ ਇੱਥੋਂ ਜਿੰਦ ਮੇਰੀ ਜਿੰਦ ਆਵੇ ਇੱਥੋਂ ਸੜ ਕੇ ਕੋਲ ਬ੍ਰਹਮਾ ਛੇਤੀ ਆ ਜਾਇਓ ਵੇ ਸਾਨੂੰ ਖੜਿਓ ਡਿੱਗਣ ਮਾਵਾ ਛੇਤੀ ਆ ਜਾ ਪੁੱਤਰੋ ਵੇ ਸਾਨੂੰ ਖੜਿਓ ਡਿੱਗਣ ਮਾਵਾ ਇਹਦੀਆਂ ਕੁ ਬੇਨਤੀਆਂ ਦੇ ਨਾਲ ਅਸੀਂ ਖਿਮਾ ਦੀ ਜਾਚਕਾਂ ਕਿਉਂਕਿ ਦਿੱਤਾ ਹੋਇਆ ਸਮਾਂ ਸਮਾਪਤ ਹੈ। ਮੈਂ ਸਮੁੱਚੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਹਰਜੀਤ ਸਿੰਘ ਜੀ ਜਿਹੜੇ ਕਿ ਸਾਡੇ ਵਰਗੇ ਨਿਮਾਣੇ ਜਿਹੇ ਜਥੇ ਨੂੰ ਜਿੰਨਾ ਮੋੜਾ ਜਾਂਦਾ ਵੀ ਕੁਛ ਨਹੀਂ ਪਰ ਇੰਨਾ ਕਿ ਮਾਣ ਦਿੰਦੇ ਨੇ ਹਰ ਵਾਰ ਤਾਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾ ਦਿੰਦੇ ਨੇ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ। ਮੈਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ, ਬਾਬਾ ਜੀ ਦਾ ਧੰਨਵਾਦ ਕਰਦਾ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨਾਲ ਬਹੁਤ ਹੀ ਪਿਆਰ ਹੈ। ਬੜੇ ਸਾਲ ਹੋ ਗਏ ਲਗਾਤਾਰ ਤੁਹਾਡੇ ਦਰਸ਼ਨ ਕਰਦਿਆਂ ਨੂੰ, ਤੁਹਾਡੀ ਸੇਵਾ ਕਰਦਿਆਂ ਨੂੰ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡਾ ਪਿਆਰ ਆਪਦੇ ਦਿਲ ਦੇ ਵਿੱਚ ਲੈ ਕੇ ਚੱਲਿਆ। ਇਸੇ ਤਰ੍ਹਾਂ ਹੀ ਕਿਰਪਾ ਰੱਖੇ ਅਕਾਲ ਪੁਰਖ ਵਾਹਿਗੁਰੂ। ਤੁਹਾਡਾ ਤੇ ਸਾਡਾ ਪਿਆਰ, ਤੁਹਾਡੀ ਤੇ ਸਾਡੀ ਸਾਂਝ ਇਸੇ ਪ੍ਰਕਾਰ ਬਣੀ ਰਹੇ। ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੀ ਜਾਚਕਾਂ ਜੇ ਸਾਡੇ ਬੋਲਦਿਆਂ ਕੋਲੋਂ ਕੋਈ ਸ਼ਬਦ ਸਿੱਖ ਕੌਮ ਦੀ ਸ਼ਾਨ ਦੇ ਖਿਲਾਫ, ਕਿਸੇ ਭਾਈ ਭਾਈ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਵੀ ਧਰਮ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਆਪਣਾ ਰਜਾਨ ਜਿਹਾ ਬੱਚਾ ਸਮਝ ਕੇ, ਆਪਣੇ ਚਰਨਾਂ ਦੀ ਧੂੜ ਸਮਝ ਕੇ ਮਾਫ ਕਰਨਾ। ਹੁਣ ਸਭ ਤੋਂ ਬਾਅਦ ਮਜੂਹਾ ਸਾਹਿਬ ਦੇ ਜੱਥੇ ਨੇ ਤੁਹਾਡੀ ਸੇਵਾ ਕਰਨੀ ਹੈ। ਕੋਈ ਵੀ ਸੰਗਤਾਂ ਦੇ ਵਿੱਚੋਂ ਉੱਠ ਕੇ ਜਾਣ ਦੀ ਕਿਰਪਾਲਤਾ ਨਾ ਕਰਿਓ ਕਿਉਂਕਿ ਬੜਾ ਵਿਦਵਾਨ ਜੱਥਾ, ਬੜੀਆਂ ਸੋਹਣੀਆਂ ਆਵਾਜ਼ਾਂ ਕੋਇਲਾਂ ਵਰਗੇ ਮੁੰਡੇ ਨੇ ਜਿਹੜੇ ਗਾਉਂਦੇ ਨੇ ਤੇ ਸਰਗੀ ਮਾਸਟਰ ਇਹਨਾਂ ਦੇ ਵਿੱਚ ਵੀ ਜੇ ਮੈਂ ਕਹਿ ਦਵਾਂ ਕਿ ਸੰਗੀਤ ਦਾ ਸਮੁੰਦਰ ਹੈ। ਬਹੁਤ ਹੀ ਅਕਾਲ ਪੁਰਖ ਵਾਹਿਗੁਰੂ ਦੇ ਜੱਥੇ ਦੀ ਕਿਰਪਾ ਇਹਨਾਂ ਨੂੰ ਵੀ ਬੈਠ ਕੇ ਇਸੇ ਤਰ੍ਹਾਂ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਤੇ ਤੁਹਾਡਾ ਆਪਣਾ ਜੱਥਾ ਹਰਦੀਪ ਸਿੰਘ ਬੱਲੋਵਾਲੀਆ, ਰਣਵੀਰ ਸਿੰਘ ਰਾਣਾ ਖੱਖਾ ਸਾਹਿਬ, ਜਗਮੋਹਨ ਸਿੰਘ ਵੀਲਾ, ਸਰੰਗੀ ਮਾਰਦੀ ਸਰਪੰਚ ਕੁਲਦੀਪ ਸਿੰਘ ਮੋਹੀ ਤੇ ਤੁਹਾਡੇ ਚਰਨਾਂ ਦੀ ਧੂੜਦਾਰ ਹਰਦੀਪ ਸਿੰਘ ਬੱਲੋਵਾਲ ਆਪ ਜੀ ਨੂੰ ਖਿਮਾ ਦਾ ਜਾਚਕਾ ਫਿਰ ਮਿਲਣ ਦੀ ਆਸਾਂ ਦੇ ਨਾਲ ਮੈਂ ਫਤਿਹ ਅਰਜ਼ ਕਰਦਾ ਪ੍ਰਵਾਨ ਕਰੋ। ਦੇਹ ਸੱਜਣ ਅਸੀਂ ਸਰੀਆਂ ਜੋ ਹੂੰ ਵੈ ਸਾਹਿਬ ਸੋ ਮੇਲ ਆਖੋ ਗੱਜ ਕੇ ਵਾਹ